और लंका जो इस प्रकार
ਰਾਵਣ ਰਾਜੇ ਦਾ ਦੇਸ਼ ਸੀ ਉਸ ਨੂੰ ਵੇਖਣ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਲਾਲੇ ਔਰ ਮਰਦਾਨੇ ਆਪ ਜੀ ਸਾਡੇ ਧਰਮ ਮਿੱਤਰ ਹੋ, ਅਸੀਂ ਆਪ ਜੀ ਦਾ ਕਹਿਆ ਕਦੇ ਵੀ ਨਹੀਂ ਮੋੜ ਸਕਦੇ। ਇਸ ਪ੍ਰਕਾਰ ਮਹਾਰਾਜ ਜਾ ਕਰਕੇ ਇੱਕ ਨਦੀ ਹੈ ਜੋ ਜਿਸ ਦੇ ਵਿਚਕਾਰ ਇਹ ਲਾਂਘਾ ਬਣੀ ਹੋਈ ਹੈ, ਉਸ ਦੇ ਕਿਨਾਰੇ ਵਿਰਾਜੇ ਹੋਏ ਨੇ। ਤੇ ਵੇਖ ਕਰਕੇ ਭਾਈ ਮਰਦਾਨੇ ਨੇ ਇਹ ਸਵਾਲ ਕੀਤਾ ਹੈ ਕਿ ਮਹਾਰਾਜ, ਮੇਰੇ ਮਨ ਵਿੱਚ ਬੜੀ ਇੱਛਾ ਹੈ ਕਿ ਸ਼੍ਰੀ ਰਾਮ ਚੰਦਰ ਜੀਆਂ ਦੇ ਜੀਵਨ ਦੀ ਸਾਰੀ ਕਥਾ ਸਰਵਣ ਕੀਤੀ ਜਾਵੇ। ਗੁਰੂ ਨਾਨਕ ਪਾਤਸ਼ਾਹ ਦੱਸਣ ਲੱਗੇ, ਭਾਈ ਮਰਦਾਨਾ ਜੀ, ਇੱਕ ਸਮੇਂ ਇੱਕ ਰਾਜਾ ਹੋਇਆ ਹੈ ਜਿਸ ਦਾ ਨਾਮ ਜਸਰਥ ਰਾਜਾ ਸੀ। ਤੇ ਉਸ ਰਾਜੇ ਦੇ 3 ਵਿਆਹ ਹੋਏ ਸਨ। ਪਹਿਲੀ ਪਤਨੀ ਕੁਸ਼ਲਿਆ, ਦੂਜੀ ਕਕੇਈ ਸੀ ਔਰ ਤੀਜੀ ਜੋ ਇਸ ਪ੍ਰਕਾਰ ਸਮਿਤਰੀ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਕਿ ਉਹਨਾਂ ਦੇ ਅੱਗੇ 4 ਪੁੱਤਰ ਸਨ। ਸਾਰਿਆਂ ਤੋਂ ਵੱਡੇ ਸ਼੍ਰੀ ਰਾਮ ਚੰਦਰ ਜੀ ਜੋ ਜੇਠੇ ਸਨ, ਉਹਨਾਂ ਤੋਂ ਛੋਟੇ ਜੋ ਕਕੇਈ ਦੀ ਕੁੱਖੋਂ ਜੰਮੇ ਭਰਤ ਸਨ, ਔਰ 2 ਪੁੱਤਰ ਜੋ ਸਮਿਤਰੀ ਦੀ ਕੁੱਖੋਂ ਜੰਮੇ ਸਨ, ਸ਼੍ਰੀ ਲਛਮਣ ਜੀ ਔਰ ਸ਼ਤਰਘਨ। ਚਾਰਾਂ ਦੇ ਵਿੱਚ ਹੀ ਬੜਾ ਪ੍ਰੇਮ ਸੀ। ਬਚਪਨ ਖੇਡਾਂ ਦੇ ਵਿੱਚ ਬਤੀਤ ਕੀਤਾ, ਜਵਾਨ ਹੋਏ। ਤੇ ਜੋ ਰਾਜਾ ਹੈ ਨਾ ਜਸਰਥ, ਉਸ ਨੇ ਆਪਣੀ ਵੱਧਦੀ ਉਮਰ ਵੇਖ ਕਰਕੇ ਮਨ ਹੀ ਮਨ ਵਿੱਚ ਸੋਚਿਆ ਹੈ ਕਿ ਹੁਣ ਆਪਣੇ ਪੁੱਤਰ ਨੂੰ ਰਾਜ ਭਾਗ ਦੇ ਦੇਣਾ। ਉਹ ਸ਼੍ਰੀ ਰਾਮ ਚੰਦਰ ਜੀਆਂ ਨੂੰ ਰਾਜ ਦੇਣਾ ਚਾਹੁੰਦੇ ਸਨ, ਪਰ ਜੋ ਕਕੇਈ ਉਸਦੀ ਪਤਨੀ ਸੀ ਰਾਜੇ ਦੀ, ਉਹ ਚਾਹੁੰਦੀ ਸੀ ਕਿ ਮੇਰੇ ਪੁੱਤਰ ਭਰਤ ਨੂੰ ਇਸ ਪ੍ਰਕਾਰ ਰਾਜ ਕਰੇ। ਉਸਨੇ ਰਾਜੇ ਨਾਲ ਕਹੇ ਜੋ ਵਚਨ ਪੂਰੇ ਕੀਤੇ ਨੇ। ਇਸ ਪ੍ਰਕਾਰ ਇੱਕ ਤਾਂ ਉਹਨੇ ਆਪਣੇ ਪੁੱਤਰ ਲਈ ਰਾਜ ਮੰਗਿਆ ਸੀ, ਔਰ ਦੂਸਰਾ ਜੇਠੇ ਪੁੱਤਰ ਰਾਮ ਚੰਦਰ ਜੀ ਨੂੰ ਬਨਵਾਸ 14 ਸਾਲਾਂ ਦਾ ਦਿੱਤਾ ਸੀ। ਸਾਰੀ ਨਗਰੀ ਬੜਾ ਵਿਛੋੜਾ ਤੇ ਝੱਲ ਨਾ ਸਕੀ, ਬੜਾ ਬੈਰਾਗ ਕਰ ਰਹੀ ਸੀ। ਤੇ ਸ਼੍ਰੀ ਰਾਮ ਚੰਦਰ ਜੀ ਜਦੋਂ ਆਪਣੇ ਨਾਲ ਆਪਣੀ ਪਤਨੀ ਸੀਤਾ ਨੂੰ ਲੈ ਕਰਕੇ, ਆਪਣੇ ਛੋਟੇ ਭਰਾ ਲਛਮਣ ਲੈ ਕਰਕੇ ਜਦੋਂ ਜੰਗਲਾਂ ਵਿੱਚ ਜਾਂਦੇ ਸਨ, ਤੇ ਜਸਰਥ ਰਾਜਾ ਇਹ ਵਿਛੋੜਾ ਪੁੱਤ ਦਾ ਵੇਖ ਨਾ ਸਕਿਆ। ਕਿਲੇ ਤੋਂ ਡਿੱਗ ਕਰਕੇ ਆਤਮ ਹੱਤਿਆ ਕੀਤੀ, ਆਪਣੇ ਆਪ ਨੂੰ ਮਾਰ ਮੁਕਾਇਆ, ਕਿਉਂਕਿ ਰਾਜੇ ਜਸਰਥ ਨੂੰ ਵੀ ਸੰਗਤ ਜੀ ਸਰਾਪ ਮਿਲਿਆ ਹੋਇਆ ਸੀ। ਜੋ ਸਰਵਣ ਪੁੱਤਰ ਹੋਇਆ ਹੈ, ਜੋ ਆਪਣੇ ਬੁੱਢੇ ਮਾਤਾ ਪਿਤਾ ਨੂੰ ਇਸ ਪ੍ਰਕਾਰ ਲੈ ਕਰਕੇ ਤੀਰਥਾਂ ਉੱਪਰ ਵਿਚਰਦਾ ਸੀ। ਇੱਕ ਵਾਰ ਉਹ ਜੰਗਲ ਵਿੱਚ ਗਿਆ ਤੇ ਮਾਤਾ ਪਿਤਾ ਨੇ ਪਾਣੀ ਜਲ ਮੰਗਿਆ ਹੈ, ਪਿਆਸ ਲੱਗੀ ਸੀ। ਤੇ ਸਰਵਣ ਪੁੱਤਰ ਇਸ ਪ੍ਰਕਾਰ ਜਦੋਂ ਨਦੀ ਦੇ ਕਿਨਾਰੇ ਜਲ ਭਰਨ ਵਾਸਤੇ ਗਿਆ ਸੀ, ਤੇ ਰਾਜੇ ਜਸਰਥ ਨੇ ਭੁਲੇਖੇ ਦੇ ਵਿੱਚ ਤੀਰ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ। ਤੇ ਜਦੋਂ ਆ ਕਰਕੇ ਰਾਜੇ ਜਸਰਥ ਨੇ ਉਸ ਦੇ ਬੁੱਢੇ ਮਾਂ ਬਾਪ ਵੇਖੇ ਜੋ ਅੱਖਾਂ ਤੋਂ ਅੰਨੇ ਸਨ, ਦਿਸਦਾ ਨਹੀਂ ਸੀ, ਤੇ ਬੜਾ ਬੈਰਾਗ ਕੀਤਾ। ਉਸ ਸਮੇਂ ਜਿਹੜਾ ਸਰਵਣ ਪੁੱਤਰ ਹੋਇਆ ਹੈ, ਉਹਦੇ ਮਾਤਾ ਪਿਤਾ ਨੇ ਸਰਾਪ ਦਿੱਤਾ ਸੀ ਕਿ ਰਾਜਾ ਜਸਰਥ, ਤੂੰ ਸਾਡਾ ਬੜਾ ਭਗਤ ਪੁੱਤਰ ਮਾਰ ਦਿੱਤਾ ਹੈ, ਤੇ ਹੁਣ ਤੂੰ ਪੁੱਤਰ ਦੇ ਵਿਛੋੜੇ ਵਿੱਚ ਹੀ ਮਰੇਗਾ। ਉਹ ਸਰਾਪ ਹੈ ਜੋ ਸੱਚ ਹੋਇਆ। ਤੇ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਨੂੰ ਗਏ, ਵਿਛੋੜਾ ਝੱਲਣਾ ਹੋਇਆ। ਇਸ ਪ੍ਰਕਾਰ ਕਿਲੇ ਦੇ ਉੱਪਰੋਂ ਛਾਲ ਮਾਰ ਕੇ ਆਤਮ ਹੱਤਿਆ ਕੀਤੀ। ਤੇ ਸ਼੍ਰੀ ਰਾਮ ਚੰਦਰ ਜੀ ਜੰਗਲਾਂ ਵਿੱਚ ਚਲੇ ਗਏ, ਤੇ ਉੱਥੇ ਜਾ ਕਰਕੇ ਕੁਝ ਸਮਾਂ ਬਤੀਤ ਕੀਤਾ ਹੈ। ਤੇ ਜੋ ਰਾਵਣ ਦੀ ਭੈਣ ਹੈ, ਉਸਨੇ ਵੇਖਿਆ ਹੈ ਲਛਮਣ ਲੋਭਾਇਮਾਨ ਹੋਈ ਹੈ, ਵਿਆਹ ਕਰਵਾਉਣ ਦੀ ਇੱਛਾ ਕੀਤੀ ਹੈ। ਗੁੱਸੇ ਵਿੱਚ ਆਏ ਸ਼੍ਰੀ ਲਛਮਣ ਜੀਆਂ ਨੇ ਉਸ ਦਾ ਨੱਕ ਔਰ ਕੰਨ ਕੱਟ ਦਿੱਤਾ ਹੈ। ਇੱਥੋਂ ਇਹ ਯੁੱਧ ਸ਼ੁਰੂ ਹੋਇਆ ਸੀ, ਜਿਸ ਦੇ ਵਿੱਚ ਸ਼੍ਰੀ ਰਾਮ ਚੰਦਰ ਜੀਆਂ ਨੇ ਜੰਗ ਕੀਤਾ, ਔਰ ਉਸ ਦਾ ਪਹਿਲਾ ਭਰਾ ਜੋ ਕੁੰਭਕਰਨ ਸੀ, ਮੇਘਨਾਥ ਵਰਗੇ ਮਾਰ ਮੁਕਾਏ, ਰਾਵਣ ਨੂੰ ਮਾਰ ਦਿੱਤਾ। ਤੇ 10,000 ਸਾਲ ਸ਼੍ਰੀ ਰਾਮ ਚੰਦਰ ਜੀਆਂ ਨੇ ਰਾਜ ਭੋਗਿਆ। ਫਿਰ ਜਦੋਂ ਬੈਕੁੰਠ ਗਏ ਨੇ ਅਯੁੱਧਿਆ ਸਾਰੀ ਨੂੰ ਨਾਲ ਲੈ ਕਰਕੇ, ਜੋ ਉਹਨਾਂ ਦੇ ਨਾਲ ਪ੍ਰੇਮ ਕਰਨ ਵਾਲੇ ਸਨ, ਇਹ ਸਾਰਿਆਂ ਨੂੰ ਨਾਲ ਲੈ ਕਰਕੇ ਇਸ ਪ੍ਰਕਾਰ ਸਵਰਗਾਂ ਨੂੰ ਚਲੇ ਗਏ ਸਨ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਦੱਸਦੇ ਨੇ ਕਿ ਇਹ ਸੂਸ਼ਮ ਮੰਤਰ ਆਪ ਜੀਆਂ ਨੂੰ ਬੜੇ ਥੋੜ੍ਹੇ ਸ਼ਬਦਾਂ ਵਿੱਚ ਕਥਾ ਸੁਣਾਈ ਹੈ। ਵੈਸੇ ਇਹ ਕਥਾ ਬੜੀ ਲੰਬੀ ਹੈ,
इस प्रकार महाराज कथा सुना करके कहने लगे, अब चल लंक दिखावत सुंदर बने जहाँ कंचन के मत। फिर चलो भाई बंदा मरदाना जी, ये तहानू कथा प्रसंग सुना दिता है। हुण तहानू लंका विखाने आ जिथे सोने के घर बने हुए। इतों तक कल दियाँ कथा विचारा आईयां सन। आओ जिस प्रकार अगे गुर इतिहास आउंदा है, शरधा प्रेम भावना के नाल श्रवण करिए जी। सतनाम श्री वाहिगुरु साहिब जीओ। नराज छंद गुरु गोबिंद सिंह जी खंग जाप धारण। कवि संतोख सिंह जी कथा की आरंभता के उपर साहिब श्री गुरु गोबिंद सिंह साहिब जियां के चरणों का मंगल करते हैं। कवि जी कहते, मेरे गुरु कैसे थे, मेरा कलगीधर पातशाह कैसा है। ये खंग जाप धारण के ओदे पत्थे दे विच तीर लदे रहते, ओदे हत्थां विच शिकार करन लई धनुष पकड़िया रहता है। ऐसा रूप है मेरे गुरु कलगीधर दा। आनंद गम कंत प्रिंद पैरन विदारन। ओ आनंद दे बदल ने, आनंद दे मुढ़ हन, ते जो शरीर करके बैरी हन न रोग मेरा वैद गुरु गोबिंदा। ओ शरीर दियां रोगां नूं और मानसिक रोगां नूं कट्टण जोग ने। हृदय सदीप दास के निवास अंत त्रास को। कवि जी कहते, वो अपने दासां दे हिरदियां दे विच वसदे ने, ते जिन्हां दे हिरदियां दे विच वो वसदे ने, उन्हां दे मनां विचों, उन्हां दे दिलां दे विचों हमेशा ਲਈ जो संसार का डर है, भय है, ये दूर होता है। पदार बिंद मंडलम नमो नमो अनास को। ऐसे गुरु गोबिंद सिंह साहिब जी महाराज जियां दे चरणों के उपर मेरी बार बार नमस्कार है जी। श्री बाला संदरबाज सबो बोधना संबंध रखने वाले भाई बाला जी जिस प्रकार लंका विच जाते ने, ये सारा इतिहास गुरु अंगद देव जियां नूं सुणाते ने। चौपई श्री अंगद सुन परम सजाना। श्रोमणी गुरु अंगद देव जी महाराज आप जी बड़े सियाने हो। बोलियो बहर पैन मरदाना। इस प्रकार गुरु अंगद देव जी महाराज असी चले जाते सी समुद्र के किनारे किनारे, ते फिर भाई मरदाना जी बोले ने, रघुबर सेत जो बांधन कीना। धन साहिब श्री गुरु नानक देव जी जो रघुआं दी कुल दे राजे श्री रामचंद्र जियां ने पुल बनाया सी। ऊपर को चल को पर बीना। महाराज आपा भी उस पुल दे उपर दी जाने हां और लंका वेखदे हां। गौर कहे लंका तेगी मूरा। गुरु नानक पातशाह कहन लगे, भाई मरदाना जी जदों सीता नूं लै करके रामचंद्र जी लंका तो वापस आए सी, तब की राम सेत दिए तोरा। ते श्री रामचंद्र जियां ने जदों सारा पुल पार कर लिया सी ना, फिर उस सारे पुल नूं तोड़ दिता सी। पंथ गमन को तापर नाही। ते पहला वांग अज भी लंका विच जाण दा कोई भी रास्ता नहीं है। रही निशानी सागर माही। हाँ किते किते वो पत्थर तैर रहे ने, किते किते वो पुल नजर आउंदा है टुटिया होया, जो श्री रामचंद्र जियां दी निशानी है। नाम जोर सो रखल केता। नाम दे जोर नाल, नाम दी शक्ति दे नाल श्री रामचंद्र जियां ने ये पुल बनाया सी। बांधियो दबे उदत को सीता। नाम दी शक्ति सी। संगत जी जदों पहला पुल बनना शुरू किया सी, लिया करके सारे जो हनुमान के नाल दे बांदर सेना सी, उन्होंने इस प्रकार पत्थर जदों पानी के उपर रखे तो सारे विच डुब गए सन। रामचंद्र जियां नूं बेनती की, महाराज पुल तां बजदा नहीं,
ਭਲਾ ਪਾਣੀ ਦੇ ਉੱਪਰ ਪੱਥਰ ਕਦੇ ਤੈਰਦੇ ਵੇਖੇ ਨਹੀਂ, ਕਿਵੇਂ ਪੁਲ ਵੱਜੇ। ਫਿਰ ਸ਼੍ਰੀ ਰਾਮਚੰਦਰ ਜੀਆਂ ਨੇ ਰਾਰੇ ਨੂੰ ਕਰਨਾ ਇੱਕ ਪੱਥਰ ਤੇ ਲਿਖਿਆ ਤੇ ਮੰਮਾ ਇੱਕ ਪੱਥਰ ਤੇ ਲਿਖੇ। ਜਦੋਂ ਜੋੜ ਜੋੜ ਕੇ ਕਿੰਨਾ ਰੱਖੇ ਨਾ ਰਾਮ 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 ਜੋੜਿਆ ਤੇ ਫਿਰ ਉਹ ਸਾਰੇ ਹੀ ਪੱਥਰ ਤੈਰਨ ਲੱਗੇ ਸਨ। ਮਹਾਰਾਜ ਭਾਈ ਮਰਦਾਨੇ ਨੂੰ ਦੱਸਦੇ ਨੇ, ਭਾਈ ਮਰਦਾਨਾ ਜੀ ਉਹ ਨਾਮ ਦੀ ਸ਼ਕਤੀ ਸੀ, ਜਿਸ ਕਰਕੇ ਸ਼੍ਰੀ ਰਾਮਚੰਦਰ ਜੀਆਂ ਨੇ ਪੁਲ ਬਣਾਇਆ ਸੀ। ਅਬ ਹਮ ਲੇਕਰ ਨਾਮ ਅਲੰਬੂ, ਅਸੀਂ ਵੀ ਭਾਈ ਮਰਦਾਨਾ ਭਾਈ ਬਾਲਾ ਜੀ ਉਸ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕਰਕੇ ਹਮੇ ਹੈ ਪਾਰ ਸਰਬ ਨਿਤ ਅੰਬੂ, ਤੇ ਇਹ ਜੋ ਸਮੁੰਦਰ ਹੈ ਲੰਕਾ ਦੇ ਵਿੱਚ ਅਸੀਂ ਇਸ ਪ੍ਰਕਾਰ ਇਹਨੂੰ ਪਾਰ ਕਰਾਂਗੇ। ਆਸ ਕਹਿ ਗਮਨ ਕੀਨ ਜਗਨਾਥਾ, ਕਹਿ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਵਿੱਤਰ ਚਰਨ ਜਦੋਂ ਸਮੁੰਦਰ ਅੰਦਰ ਪਾਏ ਨੇ, ਜਲ ਕਰ ਚਲੇ ਜਾਹੇ ਸੁਖਰਾਸਾ, ਜਿਵੇਂ ਸੰਗਤ ਜੀ ਕੋਈ ਫਰਸ਼ ਦੇ ਉੱਪਰ ਤੁਰਦਾ ਹੈ, ਏਦਾਂ ਮਹਾਰਾਜ ਉਸ ਜਲ ਦੇ ਉੱਪਰ ਤੁਰਦੇ ਨੇ। ਗਏ ਮਤ ਇੱਕ ਮੀਨ ਨਿਹਾਰਾ, ਜਦੋਂ ਤੁਰਦੇ ਤੁਰਦੇ ਇਸ ਪ੍ਰਕਾਰ ਮਹਾਰਾਜ ਸਮੁੰਦਰ ਦੇ ਵਿਚਕਾਰ ਪਹੁੰਚੇ ਨੇ ਤੇ ਇੱਕ ਬੜਾ ਵੱਡਾ ਮਗਰਮੱਛ ਨਜ਼ਰ ਆਇਆ ਹੈ। ਸਹਿਸ ਕੋਸ ਕੋ ਜਹ ਵਿਸਖਾਰਾ, ਇਸ ਪ੍ਰਕਾਰ ਜਿਸ ਦੇ ਸਰੀਰ ਦਾ ਬਣਾ ਹਜ਼ਾਰਾਂ ਕੋਹਾਂ ਤੱਕ ਫੈਲਿਆ ਹੈ। ਤਾਮਰ ਕਿਤਕ ਬਾਰ ਕੀਏ ਗਵਨੰ, ਇਸ ਪ੍ਰਕਾਰ ਮਹਾਰਾਜ ਜੀਆਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਸਤਿਗੁਰਾਂ ਨੇ ਆਪਣੇ ਪਵਿੱਤਰ ਚਰਨ ਉਸ ਮੱਛ ਦੇ ਸਰੀਰ ਉੱਪਰ ਧਰੇ ਨੇ। ਸਿਰ ਪਰ ਭੇ ਖਾਂਡੇ ਮਨ ਭਵਨੰ, ਜਦੋਂ ਮਹਾਰਾਜ ਦੀ ਸੇਵਾ ਵਾਸਤੇ ਉਹ ਮੱਛ ਨਜ਼ਰ ਆਇਆ ਹੈ, ਸੇਵਾ ਵਾਸਤੇ ਹਾਜ਼ਰ ਹੋਇਆ ਹੈ। ਸਤਿਗੁਰੂ ਜੀ ਮੱਛ ਤੇ ਸਵਾਰ ਹੋ ਕਰਕੇ ਜਦੋਂ ਆਪਣੇ ਪਵਿੱਤਰ ਚਰਨ ਉਸ ਦੇ ਸਿਰ ਉੱਪਰ ਰੱਖੇ ਨੇ, ਬਦਨ ਲੋਕ ਡਰਿਓ ਮਰਦਾਨਾ, ਤੇ ਉਸਨੇ ਆਪਣਾ ਬੜਾ ਭਿਆਨਕ ਮੂੰਹ ਭਿਆਨਕ ਦੰਦ ਆਪਣੇ ਪਾਣੀ ਤੋਂ ਜਦੋਂ ਬਾਹਰ ਕੱਢੇ ਨੇ ਤੇ ਭਾਈ ਮਰਦਾਨਾ ਜੀ ਵੇਖ ਕਰਕੇ ਡਰੇ ਨੇ। ਜਦ ਮਾਨਿਓ ਬਚਨ ਬਖਾਨਾ, ਇਸ ਪ੍ਰਕਾਰ ਬੜਾ ਹੈਰਾਨ ਹੋ ਕਰਕੇ ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ। ਸ੍ਰੀ ਪ੍ਰਭ ਰਾਵਰ ਕੇਰ ਪ੍ਰਭਾਉ, ਇਹ ਮਹਾਰਾਜ ਕੇ ਤਾਂ ਆਪ ਜੀਆਂ ਦੇ ਰੂਪ ਦਾ ਪ੍ਰਭਾਵ ਹੈ, ਇਹ ਤਾਂ ਆਪ ਜੀਆਂ ਦੇ ਨਾਮ ਦੀ ਸ਼ਕਤੀ ਹੈ, ਜਿਸ ਕਰਕੇ ਇਹ ਮੱਛ ਸਾਡੀ ਸੇਵਾ ਵਿੱਚ ਆਇਆ ਹੈ। ਤਿਆਗਿਓ ਹਮੈ ਨਾ ਕੀਨੋ ਖਾਊ, ਮਹਾਰਾਜ ਇਸ ਲਈ ਸਾਡਾ ਵਿਸ਼ਾ ਹੋਇਆ ਹੈ ਆਪ ਜੀਆਂ ਦੇ ਕਰਕੇ, ਇਸ ਲਈ ਇਹਨੇ ਸਾਨੂੰ ਖਾਣਾ ਨਹੀਂ ਕੀਤਾ। ਨਾ ਤੋਂ ਨਿਕਲ ਜਾਏ ਇੱਕ ਵਾਰੀ, ਨਹੀਂ ਤਾਂ ਮਹਾਰਾਜ ਸਾਨੂੰ ਮੈਨੂੰ ਔਰ ਭਾਈ ਬਾਲੇ ਨੂੰ ਇੱਕੋ ਵਾਰ ਵਿੱਚ ਬੇਸ਼ੱਕ ਜਾਵੇਗਾ। ਮਾਨਖ ਮੁਖ ਕਾਨੋ ਅਨੁਹਾਰੀ, ਜਿਵੇਂ ਕੋਈ ਮਨੁੱਖ ਮੱਕੀ ਦਾ ਦਾਣਾ ਚੱਬਦਾ ਹੈ, ਏਦਾਂ ਸਾਨੂੰ ਦੋਵਾਂ ਨੂੰ ਚੱਬ ਜਾਵੇਗਾ ਜੀ। ਪ੍ਰਥਮ ਬਲੋਕਿਓ ਮੀਨ ਮਹਾਨਾ, ਮਹਾਰਾਜ ਆਪਾਂ ਇੱਕ ਵਾਰ ਪਹਿਲਾਂ ਵੀ ਮੱਛ ਦੀ ਸਵਾਰੀ ਕੀਤੀ ਸੀ, ਉਸਦੇ ਇੱਕ ਵਿਸਾਲ ਪਹਿਚਾਨਾ, ਮਹਾਰਾਜ ਪਰ ਉਸ ਮਗਰਮੱਛ ਨਾਲੋਂ ਜਿਹੜਾ ਇਹ ਮੱਛ ਬੜਾ ਵੱਡਾ ਹੈ। ਕੇਤਕ ਦੋਨੋਂ ਕੋਸ ਪਰਮਾਨਾ, ਮਹਾਰਾਜ ਉਸ ਔਰ ਇਸ ਮੱਛ ਵਿੱਚ ਭਲਾ ਦੀ ਕਿੰਨਾ ਕੁ ਫਰਕ ਹੋਵੇਗਾ। ਮੁਝੇ ਬਤਾਵ ਕੋ ਕਿਰਪਾ ਨਿਧਾਨਾ, ਇਹ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਮੈਨੂੰ ਦੱਸਣਾ ਕਰੋ। ਬੋਲੇ ਪ੍ਰਭੂ ਬਲੋਕ ਤਮਾਸੋ, ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਚੁੱਪ ਰਹਿ ਕਰਕੇ ਸਾਰਾ ਪਰਮੇਸ਼ਰ ਦਾ ਤਮਾਸ਼ਾ ਵੇਖ ਲਵੋ। ਮਾਇਆ ਮੈਂ ਕਛ ਲਖੋ ਨ ਸਾਂਸੋ, ਇਹ ਸਾਰੀਆਂ ਜੋ 84 ਲੱਖ ਜੂਨਾਂ ਉਸ ਪਰਮੇਸ਼ਰ ਦੀਆਂ ਹਨ, ਇਹਨਾਂ ਵਿੱਚ ਰਤੀ ਪਰ ਸ਼ੰਕਾ ਨਾ ਕਰੋ ਜੀ। 35 ਕੋਸ ਪ੍ਰਥਮ ਜੋ ਦੇਖਾ, ਜਿਹੜਾ ਕੁਝ ਸਮਾਂ ਪਹਿਲਾਂ ਸਾਡੀ ਸੇਵਾ ਵਿੱਚ ਹਾਜ਼ਰ ਹੋਇਆ ਸੀ, ਇੱਕ ਵਾਰ ਪਹਿਲਾਂ ਵੀ ਕਥਾ ਦੇ ਵਿੱਚ ਇਹ ਵਰਣਨ ਹੋਇਆ ਹੈ ਕਿ ਮਹਾਰਾਜ ਨੇ ਮੱਛ ਦੀ ਸਵਾਰੀ ਕੀਤੀ ਹੈ। ਮਹਾਰਾਜ ਕਹਿੰਦੇ ਉਹ 35 ਕੋਹਾਂ ਤੱਕ ਲੰਬਾ ਸੀ ਜੀ। ਸਹਿਸ ਕੋਸ ਕੋ ਦਿਹੁ ਬਸੇਖਾ, ਜਿਹੜਾ ਇਹ ਹੈ ਇਹ ਹਜ਼ਾਰਾਂ ਕੋਹਾਂ ਤੱਕ ਲੰਬਾ ਹੈ। ਤਿਸ ਕੀ ਜਾਤ ਨਾਮ ਤਿਮ ਕਹੀਐ,
ਕਹੀਏ। ਤੇ ਜਿਹੜਾ ਇਸ ਮਾਛ ਨੂੰ ਖਾਣ ਦੇ ਯੋਗ ਇਹ ਤੋਂ ਵੀ ਵੱਡਾ ਹੈ, ਉਸ ਦਾ ਨਾਮ ਤੇ ਮੰਗਲ, ਉਹ ਵੀ ਇਸ ਸਮੁੰਦਰ ਵਿੱਚ ਵਸਦਾ ਹੈ। ਜੋ ਉਸ ਲੀਲ ਜਾਏ ਪਰ ਆਈ। ਇਸ ਪ੍ਰਕਾਰ ਜਿਹੜਾ ਤਮੰਗਲ ਨੂੰ ਵੀ ਛਕਣ ਯੋਗ ਹੈ। ਨਾਮ ਤੇ ਮੰਗਲ ਮਿਲ ਕੇ ਕਹਾਈ। ਤੇ ਉਸ ਦਾ ਨਾਮ ਗਿਲਹੇ ਆਖਿਆ ਜਾਂਦਾ, ਉਹ ਸਾਰਿਆਂ ਤੋਂ ਵੱਡਾ ਇੱਥੇ ਹੀ ਵਸਦਾ ਹੈ। ਇਸ ਜਿਦ ਕਰਕੇ ਬਚਨ ਵਿਲਾਸਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਜਦੋਂ ਭਾਈ ਮਰਦਾਨੇ ਨੂੰ ਸਮਝਾਇਆ ਹੈ, ਸਦਾ ਹੋਤ ਭਏ ਸੁਖ ਰਾਸਾ। ਮਹਾਰਾਜ ਜੀ ਚੁੱਪ ਨੂੰ ਧਾਰਨ ਕਰਕੇ ਸਮੁੰਦਰ ਪਾਰ ਕਰਦੇ ਨੇ। ਚਰਨ ਰੇਨ ਜਬ ਝਾਕ ਸਿਰ ਪਾਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਦੂਸਰਾ ਚਰਨ ਭਾਵ ਦੋਵੇਂ ਚਰਨ ਜਦੋਂ ਉਸ ਮੱਛ ਦੇ ਸਿਰ ਉੱਪਰ ਟਿਕਾਏ ਨੇ, ਬੋਲਣ ਸਖਤ ਭਈ ਤਪਸਾਸੀ। ਤੇ ਐਸੀ ਸ਼ਕਤੀ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ ਕਿ ਜਿਹੜਾ ਮੱਛ ਹੈ ਨਾ, ਉਹਦੀ ਜਿਹੜੀ ਅੰਤਰੀਵ ਬੁੱਧੀ ਹੈ ਉਹ ਜਾਗਰਣ ਹੋਈ, ਉਹਨੂੰ ਸਤਿਗੁਰਾਂ ਨੇ ਬੋਲਣ ਦੀ ਸ਼ਕਤੀ ਬਖਸ਼ੀ ਹੈ। ਲੱਗੇ ਪ੍ਰਭੂ ਕਹਿਤਾਈ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉਸ ਮਗਰ ਮੱਛ ਦਾ ਹੀ ਸਵਾਲ ਕੀਤਾ ਹੈ ਜੀ, ਅਹੈ ਕੌਣ ਚਮਕਾਇਆ ਪਾਈ। ਮਹਾਰਾਜ ਕਹਿਣ ਲੱਗੇ ਹੈ, ਮੱਛ ਤੂੰ ਕੌਣ ਜੋ ਇਸ ਮੱਛ ਦੀ ਜੂਨੀ ਭੋਗ ਰਿਹਾ ਹੈ। ਤਬ ਹੀ ਬੋਲਿਓ ਹੋਏ ਅਧੀਨਾ। ਬੜਾ ਅਧੀਨ ਹੋ ਕਰਕੇ ਬੜੀ ਨਿਮਰਤਾ ਵਿੱਚ ਆ ਕਰਕੇ ਮੱਛ ਬੋਲਿਆ ਹੈ, ਸੁਨੋ ਹੇਤ ਜਿਉ ਭਾ ਤਨ ਮੀਨਾ। ਮਹਾਰਾਜ ਸੁਣਨਾ ਕਰੋ, ਜਿਨ੍ਹਾਂ ਕਾਰਨਾਂ ਕਰਕੇ ਮੈਨੂੰ ਤੇ ਮੱਛ ਦਾ ਸ਼ਰਾਪ ਮਿਲਿਆ, ਮੈਂ ਤੇ ਜੂਨੀ ਭੋਗਦਾ ਹਾਂ। ਉਦੋਂ ਕਾਲ ਜਹ ਜਾਨਕ ਨਿਰਪਾਲਾ। ਮਹਾਰਾਜ ਕੁਝ ਸਮਾਂ ਪਹਿਲਾਂ ਇੱਕ ਜਨਕ ਰਾਜਾ ਸੀ। ਤਪ ਕੀਏ ਕਠਨ ਵਿਸਾਲਾ। ਮਹਾਰਾਜ ਜਨਕ ਰਾਜੇ ਦਾ ਰਾਜ ਸੀ ਤੇ ਉਹਦੇ ਰਾਜ ਵਿੱਚ ਮੈਂ ਬੜਾ ਭਾਰੀ ਜਪ ਤਪ ਕੀਤਾ ਸੀ। ਬਾਰ ਵਿਖੇ ਕਰ ਲੋ ਪਟੋ ਠੰਡੋ। ਤੇ ਮੈਂ ਜਲ ਧਾਰਾ ਕਰਦਾ ਸੀ, ਜਲ ਵਿੱਚ ਖੜਦਾ ਸੀ, ਗਲ ਤੱਕ ਜਲ ਨੂੰ ਕਰਕੇ ਜਪ ਤਪ ਕਰਦਾ ਸੀ। ਰਹੋ ਸਥਿਰ ਕਰ ਧੀਰਜ ਕਾਟੋ। ਬੜਾ ਸਥਿਰ ਹੋ ਕਰਕੇ ਮਨ ਨੂੰ ਟਿਕਾ ਕਰਕੇ ਹੌਸਲਾ ਰੱਖ ਕੇ ਪਾਣੀ ਵਿੱਚ ਖੜਦਾ ਸੀ ਜੀ। ਸਹਿਜ ਸੁਭਾਏ ਜਨਕ ਚਲ ਆਇਓ। ਤੇ ਇੱਕ ਦਿਨ ਜਿੱਥੇ ਮੈਂ ਜਪ ਤਪ ਇਹ ਭਗਤੀ ਕਰ ਰਿਹਾ ਸੀ ਨਾ, ਉੱਥੇ ਸੁਤੇ ਸਦੀਹ ਜੋ ਜਨਕ ਰਾਜਾ ਆਇਆ ਜੀ। ਮੁਝੇ ਲੋਕਤ ਬਚਨ ਅਲਾਇਓ। ਤੇ ਮੈਨੂੰ ਜਪ ਤਪ ਕਰਦੇ ਵੇਖ ਕਰਕੇ ਰਾਜਾ ਬੋਲਿਆ ਸੀ, ਤਾਪ ਤੇ ਕਠਨ ਕੀਨ ਭਾ ਪੂਰਾ। ਤੇ ਇਸ ਪ੍ਰਕਾਰ ਤੋਂ ਭਾਈ ਜਪ ਤਪ ਦਾ ਬੜਾ ਕਠਨ ਕਰਦਾ, ਤੇਰਾ ਜਪ ਤਪ ਪੂਰਾ ਹੋਇਆ ਹੈ। ਆਪ ਤਜ ਬਚਨ ਮਾਨ ਮਮਰੂਰਾ। ਆਪ ਜਿਹੜਾ ਇਹ ਕਸ਼ਟ ਯੋਗ ਹੈ ਨਾ, ਇਸ ਨੂੰ ਛੱਡ ਕਰਕੇ ਮੇਰਾ ਇੱਕ ਬਚਨ ਮੰਨਣਾ ਕਰ। ਜਹ ਸਤ ਸੰਗਤ ਭੂਤ ਸਮਾਜਾ। ਜਿੱਥੇ ਵੀ ਸਤ ਸੰਗਤ ਹੁੰਦੀ ਹੈ ਨਾ, ਜਿੱਥੇ ਸੱਚ ਦੀ ਗੱਲ ਹੁੰਦੀ ਹੈ, ਸਤ ਸੰਗੀ ਮਿਲ ਕੇ ਬੈਠਦੇ ਨੇ, ਹੁਣ ਤੂੰ ਸਤ ਸੰਗਤ ਕਰਿਆ ਕਰ, ਉੱਥੇ ਬੈਠਿਆ ਕਰ। ਸੇਵਾ ਕਰੋ ਤਹਾਂ ਸਭ ਕਾਜਾ। ਸੰਗਤਾਂ ਦੀਆਂ ਸੇਵਾ ਕਰਕੇ ਤੂੰ ਸ਼ੁਭ ਕਾਰਜ ਤੇ ਕਰਨਾ ਕਰ। ਮਨ ਕੋ ਪ੍ਰਾਪਤ ਗਿਆਨ ਕਹਾਣੀ। ਤੇ ਜਿਹੜਾ ਮਨ ਦਾ ਗਿਆਨ ਹੈ, ਇਹ ਸਤ ਸੰਗਤ ਵਿੱਚ ਹੀ ਪ੍ਰਾਪਤ ਹੁੰਦਾ ਹੈ। ਮੁਕਤ ਉਚਿਤ ਕਮੇ ਸੰਸੈ ਨਾਹੀ। ਤੇ ਇੱਕ ਗੁਰੂ ਦੀ ਸਤ ਸੰਗਤ ਹੀ ਹੈ ਜੋ ਬੰਦੇ ਨੂੰ ਬੜੇ ਸੌਖੇ ਤਰੀਕੇ ਨਾਲ ਮੁਕਤੀ ਪ੍ਰਾਪਤ ਕਰਵਾਉਂਦੀ ਹੈ। ਤੁਮਰਾ ਚਰਨ ਬੰਦਨਾ ਮੈਂ ਕਰੀ। ਤੇ ਉਸ ਸਮੇਂ ਮਹਾਰਾਜ ਮੈਂ ਜਨਕ ਰਾਜੇ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਕਹਿਓ ਬਚਨ ਤਿਨ ਸੰਗ। ਤੇ ਫਿਰ ਮੈਂ ਇਸ ਪ੍ਰਕਾਰ ਬਚਨ ਵਿਲਾਸ ਜਨਕ ਰਾਜੇ ਨਾਲ ਕੀਤੇ ਸੀ। ਇੱਕ ਬਰਖ ਔਰੇ ਕਰੋ। ਤੇ ਮਹਾਰਾਜ ਇਹ ਰਾਜਾ ਮੈਂ 11 ਸਾਲ ਕੇ ਜਪ ਤਪ ਕਰ ਲਿਆ ਹੈ। 1 ਸਾਲ 12 ਸਾਲਾਂ ਦਾ ਮੇਰਾ ਕੇ ਜਪ ਤਪ ਸੀ, 1 ਸਾਲ ਬਾਕੀ ਹੈ, ਉਸ ਨੂੰ ਪੂਰਾ ਕਰ ਲਵਾਂ। ਪੂਰਨ ਬਿਨ ਭੰਗ। ਇਸ ਪ੍ਰਕਾਰ ਜੇਕਰ ਮੈਂ ਹੁਣ 1 ਸਾਲ ਨਾ ਕੀਤਾ ਤੇ ਮੇਰਾ ਕੀਤਾ ਕਰਾਇਆ ਸਾਰਾ ਕੁਝ ਭੰਗ ਨਾਸ਼ ਹੋਵੇਗਾ। ਜੋ
ਕੈ ਬੋਲਿਓ ਬਚਨ ਇਸ ਬਦੇਹੂ। ਪ੍ਰਕਾਰ ਬਦੇਹੀ ਨਗਰੀ ਦਾ ਜੋ ਜਨਕ ਰਾਜਾ ਹੈ ਨਾ, ਜਿਸ ਦੀ ਪੁੱਤਰੀ ਸੀਤਾ ਸ਼੍ਰੀ ਰਾਮਚੰਦਰ ਜੀਆਂ ਨੂੰ ਵਿਆਹੀ ਗਈ ਸੀ। ਸ਼੍ਰੀ ਰਾਮਚੰਦਰ ਜੀਆਂ ਦਾ ਇਹ ਸਹੁਰਾ ਸੀ ਸੰਗਤ ਜੀ ਜਨਕ। ਫਿਰ ਇਸਨੇ ਬਚਨ ਕੀਤੇ ਜੀ ਕੋ ਬਚਨ ਨਾ ਮਾਨਿਓ ਕੇਹੂ। ਕਿ ਤੂੰ ਕਦੇ ਵੀ ਮੇਰੇ ਬਚਨ ਨਹੀਂ ਮੰਨੇ, ਕਦੇ ਵੀ ਮੇਰੇ ਬਚਨ ਕਮਾਏ ਨਹੀਂ। ਜਾਵੇ ਹਵੇ ਜਲ ਜੀਵ ਵਿਸਾਲਾ। ਜੇਕਰ ਤੈਨੂੰ ਸਤ ਸੰਗਤ ਚੰਗੀ ਨਹੀਂ ਲੱਗਦੀ, ਸੰਗਤ ਦੀ ਸੇਵਾ ਚੰਗੀ ਨਹੀਂ ਲੱਗਦੀ ਨਾ, ਤੈਨੂੰ ਜਲ ਵਿੱਚ ਖੜਨਾ ਚੰਗਾ ਲੱਗਦਾ ਹੈ, ਜਾਂ ਫਿਰ ਹੁਣ ਤੂੰ ਜਲ ਦਾ ਜੀਵ ਬਣ ਜਾ ਤੇ ਤੇਰਾ ਸਾਰਾ ਜੀਵਨ ਇਸ ਜਲ ਵਿੱਚ ਬਤੀਤ ਹੋਵੇਗਾ। ਜਲ ਮੈਂ ਰੱਖੋ ਸਦੀਵ ਵਿਸਾਲਾ। ਤੇ ਆਪਣਾ ਸਾਰਾ ਜੀਵਨ ਜਲ ਦੇ ਅੰਦਰ ਬਤੀਤ ਕਰੀ, ਜੇ ਤੈਨੂੰ ਜਲ ਵਿੱਚ ਜ਼ਿਆਦਾ ਖੁਸ਼ੀ ਮਿਲਦੀ ਹੈ। ਸੁਣ ਕੇ ਬਚਨ ਡਰਿਓ ਗੁਰਮਾਹੀ। ਇਸ ਪ੍ਰਕਾਰ ਜਦੋਂ ਸਲਾਪ ਦੇ ਬਚਨ ਕਾਏ ਨੇ ਤੇ ਮੈਂ ਹਿਰਦੇ ਅੰਦਰ ਬੜਾ ਡਰਿਆ ਸੀ। ਸ਼ਰਾਪ ਅੰਤ ਬੁਝਤ ਆਕਾਹੀ। ਤੇ ਮੈਂ ਪੁੱਛਣਾ ਕੀਤਾ ਸੀ, ਜਨਕ ਰਾਜਾ ਤੁਸੀਂ ਮੈਨੂੰ ਕਿ ਕੌੜੇ ਬੋਲ ਬੋਲ ਕੇ ਸ਼ਰਾਪ ਤਾਂ ਦਿੱਤਾ ਹੈ, ਹੁਣ ਇਹ ਮੇਰਾ ਜਿਹੜਾ ਸ਼ਰਾਪ ਕਦੋਂ ਨਾਸ਼ ਹੋਵੇਗਾ, ਇਹਦਾ ਕਦੋਂ ਅੰਤ ਹੋਵੇਗਾ। ਕਾਲ ਕੈਬਨ ਕੋ ਜੀਵ ਬਹੋਰੀ। ਕਦੋਂ ਤੱਕ ਮੈਂ ਜਲ ਦਾ ਜੀਵ ਬਣ ਕੇ ਰਹਾਂਗਾ ਔਰ ਕਦੋਂ ਮੇਰਾ ਉਧਾਰ ਹੋਵੇਗਾ ਜੀ। ਹੋਏ ਕਿ ਨਹੀਂ ਮੁਕਤ ਕਬ ਮੋਰੀ। ਮੇਰੀ ਮੁਕਤੀ ਹੋਵੇਗੀ ਜਾਂ ਫਿਰ ਕਦੇ ਨਹੀਂ ਹੋਵੇਗੀ। ਬੋਲਿਓ ਜਨਕ ਆਏ ਕਲਕਾਲਾ। ਤੇ ਜਨਕ ਰਾਜਾ ਫਿਰ ਬੋਲਿਆ ਸੀ ਕਿ ਜਦੋਂ ਇਸ ਪ੍ਰਕਾਰ ਕਲਯੁਗ ਦਾ ਸਮਾਂ ਆਵੇਗਾ, ਤਾਪੋ ਧਰਮੈ ਅਵਤਾਰ ਕਿਰਪਾਲਾ। ਉਦੋਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣਾ ਕਿਰਪਾਲੂ ਦਿਆਲੂ ਸਰੂਪ ਧਾਰਨ ਕਰਨਗੇ। ਜਿਨਕੇ ਚਰਨ ਛੂਹੈ ਜਬ ਆਈ। ਤੇ ਜਦੋਂ ਉਹਨਾਂ ਦੇ ਚਰਨ ਆ ਕਰਕੇ ਤੇਰੇ ਸਰੀਰ ਨੂੰ ਛੂਹਣਗੇ ਜੀ, ਤਬ ਇਹ ਸ਼ਰਾਪ ਨਾਸ ਹਮੇ ਜਾਈ। ਉਦੋਂ ਮੇਰਾ ਦਿੱਤਾ ਸ਼ਰਾਪ ਤੇਰਾ ਖਤਮ ਹੋਵੇਗਾ, ਨਾਸ਼ ਹੋਵੇਗਾ। ਪੂਜਿਓ ਜਨਕ ਲੱਭੋ ਮੈਂ ਕੈਸੇ। ਇਸ ਪ੍ਰਕਾਰ ਕਹਿੰਦਾ ਫਿਰ ਮੈਂ ਪੁੱਛਿਆ ਕਿ ਇਹ ਜਨਕ ਰਾਜਾ ਮੈਨੂੰ ਕਿਵੇਂ ਪਤਾ ਲੱਗੇਗਾ। ਭੇਦ ਸਾਰ ਕੋ ਸਮਝਾਵੋ ਤੈਸੇ। ਮੈਨੂੰ ਉਹਨਾਂ ਦਾ ਸਾਰਾ ਭੇਦ ਦੱਸੋ ਜਿਨ੍ਹਾਂ ਦੇ ਆਉਣ ਨਾਲ ਮੇਰਾ ਉਧਾਰ ਹੋਵੇਗਾ। ਸੁਨੋ ਮੁਨੀ ਮੈਂ ਜਬ ਮਿਲਹਿ ਆਈ। ਤੇ ਜਨਕ ਰਾਜਾ ਮੈਨੂੰ ਕਹਿਣ ਲੱਗਾ, ਹੇ ਮੁਨੀ ਤੂੰ ਸੁਣਨਾ ਕਰ, ਜਦੋਂ ਤੈਨੂੰ ਆ ਕਰਕੇ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਮਿਲਣਗੇ। ਚਰਨ ਛੁਬਤ ਸੁਧ ਹਵੇ ਤੁਝ ਤਾਈ। ਜਦੋਂ ਉਹਨਾਂ ਦੇ ਚਰਨ ਤੇਰੇ ਸਰੀਰ ਨੂੰ ਛੂਹਣਗੇ ਨਾ ਤੇ ਤੈਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋਵੇਗੀ। ਮੁਕਤ ਕਰਕੇ ਮੁਨ ਜਾਏ ਅਕਾਰੀ। ਉਹ ਤੈਨੂੰ ਮੁਕਤ ਕਰਕੇ ਫਿਰ ਤੇਰੇ ਕੋਲੋਂ ਅੱਗੇ ਚਲੇ ਜਾਣਗੇ। ਸੋਤਮ ਸ੍ਰੀ ਨਾਨਕ ਨਿਰੰਕਾਰੀ। ਤੇ ਇਸ ਲਈ ਮਹਾਰਾਜ ਮੈਂ ਜਾਣ ਗਿਆ ਹਾਂ ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਆਪ ਜੀਆਂ ਨੇ ਮੇਰੀ ਸਵਾਰੀ ਕੀਤੀ ਹੈ, ਮੇਰੇ ਸਰੀਰ ਨੂੰ ਆਪ ਜੀਆਂ ਦੇ ਚਰਨ ਛੂਹੇ ਨੇ ਤੇ ਮੈਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋਈ ਹੈ। ਮੈਂ ਜਾਣ ਗਿਆ ਹਾਂ ਆਪ ਹੀ ਨਿਰੰਕਾਰ ਰੂਪ ਨਾਨਕ ਹੋ। ਆਪ ਉਧਾਰ ਮੇਰਾ ਕਰ ਦੀਜੈ। ਕਿਰਪਾ ਕਰਕੇ ਇਹ ਮੱਛ ਦੀ ਜੂਨ ਤੋਂ ਛੁਟਕਾਰਾ ਦੇਵੋ, ਮੇਰਾ ਉਧਾਰ ਕਰੋ ਜੀ। ਸ਼ਰਨ ਸ਼ਰਨ ਮੈਂ ਸ਼ਰਨ ਰਖੀਜੈ। ਮਹਾਰਾਜ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਮੈਂ ਆਇਆ ਹਾਂ। ਕੇ ਬੈਨ ਸੁਨੇ ਗੁਲਖਾਨੀ। ਜਦੋਂ ਇਸ ਪ੍ਰਕਾਰ ਉਸ ਮੱਛ ਦੇ ਵਚਨ ਸਤਿਗੁਰਾਂ ਨੇ ਸੁਣੇ ਨੇ, ਬੋਲੇ ਮਧੁਰ ਮ੍ਰਿਦੁਲ ਮੁਖ ਬਾਣੀ। ਮਹਾਰਾਜ ਸ਼ਹਿਦ ਵਰਗੀ ਮਿੱਠੀ ਬੋਲੀ ਬੋਲੇ ਨੇ ਜੀ। ਅਸਕਨ ਜਾਮ ਆਰਬਲ ਤੇਰੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਅੱਠਾਂ ਜਾਮਾਂ ਦੀ ਤੇਰੀ ਉਮਰ ਹਜੇ ਬਾਕੀ ਹੈ। ਮਨ ਛੁੱਟ ਕੇ ਜਗ ਤੇਰੇ ਬਟੇਰੀ। ਫਿਰ ਤੇਰੀ ਮੌਤ ਹੋ ਜਾਵੇਗੀ, ਤੇਰੀ ਉਮਰ ਵੈਸੇ ਹੀ ਬੜੀ ਲੰਬੀ ਹੋ ਚੁੱਕੀ ਹੈ। ਬਸ 8 ਪਹਿਰ ਹੋਰ ਰਹਿੰਦੇ ਨੇ, ਇੱਕ ਦਿਨ ਇੱਕ ਰਾਤ ਦਾ ਸਮਾਂ ਤੇਰੇ ਕੋਲ ਹੈ। ਇਸ ਪ੍ਰਕਾਰ ਫਿਰ ਤੇਰੀ ਇੱਥੋਂ ਛੁਟਕਾਰਾ ਹੋਵੇਗਾ, ਤੇਰਾ ਅੰਤਲਾ ਸਮਾਂ ਆਵੇਗਾ। ਵਾਹਿਗੁਰੂ ਸਿਮਰਤੋ ਤਾਪ ਤਾਈ। ਇਸ ਪ੍ਰਕਾਰ
ਤੂੰ ਵਾਹਿਗੁਰੂ 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 ਦਾ ਸਿਮਰਨ ਕਰ। ਤੇਰੀ ਦਾਤ ਕਰਹਿ ਹਮ ਜਾਈ। ਤੇਰੀ ਗੱਤ ਕਰਕੇ ਹੀ ਅਸੀਂ ਅੱਗੇ ਜਾਵਾਂਗੇ। ਆਸ ਪਹਿਰ ਦਿਨ ਕੀਏ ਜਗ ਜਾਪੂ। ਭਾਈ ਦਾਦਾ ਜੀ ਕਹਿੰਦੇ ਜਦੋਂ 8 ਪੈਰ ਉਸ ਨੇ ਲਗਾਤਾਰ ਵਾਹਿਗੁਰੂ ਵਾਹਿਗੁਰੂ ਦਾ ਜਪ ਕੀਤਾ ਹੈ। ਛੁਟਿਓ ਬਹੁਰ ਦੀਨ ਜੋ ਤੇ ਸਰਾਪੂ। ਜਿਹੜਾ ਜਨਕ ਰਾਜੇ ਨੇ ਸ਼ਰਾਪ ਦਿੱਤਾ ਸੀ ਉਹ ਨਾਸ਼ ਹੋਇਆ, ਖਤਮ ਹੋਇਆ ਹੈ। ਜਪ ਤਨ ਤਤ ਕੈ ਸੋ ਤਹ ਕਾਲਾ। ਇਸ ਪ੍ਰਕਾਰ ਮਾਛਲੀ ਦੇ ਹੀ ਸ਼ਬਦ ਕਰਕੇ ਦੇਵਤਾ ਦੇ ਪ੍ਰਾਪਤ ਕੀਤੀ ਹੈ। ਭਾਇਓ ਚਤੁਰ ਭਟ ਰੂਪ ਵਿਸਾਲਾ। ਚਾਰਾਂ ਬਾਹਾਂ ਧਾਰਨ ਕੀਤੀਆਂ ਨੇ, ਬੜਾ ਵਿਸ਼ਾਲ ਸੁੰਦਰ ਸਰੂਪ ਬਣਿਆ ਹੈ। ਮੰਗਲ ਕਾਰਨ ਕਰਨ ਜਨ ਸਿਆਮੂ। ਭਾਈ ਬਾਬਾ ਜੀ ਕਹਿੰਦੇ ਬੜਾ ਸਿਆਣ ਸੁੰਦਰ ਰੰਗ ਨਜ਼ਰ ਆਉਂਦਾ, ਕੰਨਾਂ ਵਿੱਚ ਕੁੰਡਲ ਨਜ਼ਰ ਆਉਂਦੇ ਨੇ। ਸੁੰਦਰ ਦੇਵੇ ਦੁਰਦੇ ਜਨ ਨਾਮ ਕਾਮੂ। ਇਸ ਪ੍ਰਕਾਰ ਬੜੀ ਸੁੰਦਰ ਦੇਹੀ ਹੈ, ਜਿਵੇਂ ਕਾਮ ਦੇਵਤਾ ਸਾਰਿਆਂ ਦੇਵਤਿਆਂ ਜੋ ਸੁੰਦਰ ਹੈ ਨਾ, ਇਸ ਤਰ੍ਹਾਂ ਕਾਮ ਦੇਵਤੇ ਜਾਨਕੇ ਦੀ ਦੇਹੀ ਸੁੰਦਰ ਹੈ। ਉਸਤਤ ਕਰ ਮੈਂ ਕੰਠ ਸੁਧਾਰਿਓ। ਦੇਵਤਾ ਦੇਵਤਾ ਕਰਕੇ ਸਤਿਗੁਰਾਂ ਦੇ ਚਰਨ ਪਰਸੇ ਬੜੀਆਂ ਵਡਿਆਈਆਂ ਕੀਤੀਆਂ, ਫਿਰ ਸਵਰਗ ਸੁਧਾਰਿਆ ਹੈ। ਜੈ ਜੈ ਸਤਿਗੁਰ ਬਚਨ ਉਚਾਰਿਓ। ਜਾਂਦਾ ਹੋਇਆ ਸਵਰਗਪੁਰੀ ਨੂੰ ਜੈ 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 ਕਰਦਾ ਜਾਂਦਾ ਹੈ। ਧੰਨ ਗੁਰੂ ਨਾਨਕ ਮੁਖ ਤੋਂ ਉਚਾਰਦਾ ਹੈ। ਮਨ ਆਪਣੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਇਸ ਪ੍ਰਕਾਰ ਉਸ ਦਾ ਉਧਾਰ ਕਰਕੇ ਅੱਗੇ ਚੱਲੇ ਨੇ। ਪਹੁੰਚੇ ਲੰਕਾ ਕੇਰ ਸਮੀਪਾ। ਜਦੋਂ ਲੰਕਾ ਦੇ ਮਹਾਰਾਜ ਨੇੜ ਪਹੁੰਚ ਗਏ ਨੇ ਜੀ। ਫਿਰਤ ਬੈਦ ਤਹਿ ਦੀਰਘ ਗਾਨੋ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਅਸੀਂ ਦੇਖਿਆ ਹੈ ਕਿ ਲੰਕਾ ਦੇ ਜੰਗਲਾਂ ਦੇ ਵਿੱਚ ਬੜੇ ਭਿਆਨਕ ਦੈਂਤ ਫਿਰਦੇ ਸੀ। ਕਰ ਕੱਚਲ ਕੇ ਵਿਚਰਤ ਮਾਨੋ। ਜਿਨ੍ਹਾਂ ਦੇ ਕਾਲੇ ਰੰਗ ਸੀ ਮਾਨੋ ਸੋਨੇ ਦੇ ਪਹਾੜ ਹੋਣ ਜੀ। ਤਨਹਿ ਬਿਲੋਕ ਡਰਿਓ ਮਰਦਾਨਾ। ਉਹਨਾਂ ਨੂੰ ਵੇਖ ਕਰਕੇ ਭਾਈ ਮਰਦਾਨਾ ਜੀ ਬੜਾ ਡਰੇ ਸਨ। ਹੋਏ ਅਧੀਰਜ ਬਚਨ ਬਖਾਨਾ। ਉਹਨਾਂ ਨੂੰ ਵੇਖ ਕਰਕੇ ਹੌਸਲਾ ਭਾਈ ਮਰਦਾਨਾ ਜੀ ਛੱਡ ਚੁੱਕੇ ਸਨ ਔਰ ਬੋਲੇ ਸੀ। ਰਾਖਸ਼ ਕਹੇ ਆਨ ਹਮਤਾਈ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜਿਸ ਤਰਫ ਤੁਸੀਂ ਸਾਨੂੰ ਲੈ ਕੇ ਚੱਲੇ ਹੋ ਨਾ, ਇੱਧਰ ਰਾਖਸ਼ਾਂ ਨੇ ਸਾਨੂੰ ਪਕੜ ਲੈਣਾ ਹੈ। ਸਖਣ ਕਰੇ ਨਾ ਬਿਲਮ ਲਗਾਈ। ਤੇ ਸਾਨੂੰ ਖਾਣ ਦੇ ਵਿੱਚ ਰਤੀ ਭਰ ਵੀ ਦੇਰ ਨਹੀਂ ਕਰਨਗੇ। ਐਨ ਸਮੀਪ ਨਹਿ ਚਲੋ ਕਸਾਈ। ਜੇ ਮੇਰੇ ਮਾਲਕ ਗੁਰੂ ਨਾਨਕ ਇਹਨਾਂ ਦੇ ਨੇੜ ਨਾ ਜਾਵੋ ਜੀ। ਆਪਰ ਸਥਾਨ ਬਲ ਪਹੁ ਜਾਈ। ਮਹਾਰਾਜ ਆਪਾਂ ਕਿਸੇ ਹੋਰ ਰਸਤੇ ਲੰਕਾ ਵੱਲ ਚੱਲਦੇ ਹਾਂ। ਸੰਕੈ ਬੋਲੇ ਪਰਮ ਪਨੀਤਾ। ਗੁਰੂ ਨਾਨਕ ਪਾਤਸ਼ਾਹ ਇਸ ਪ੍ਰਕਾਰ ਭਾਈ ਮਰਦਾਨੇ ਦੇ ਵਚਨ ਸੁਣ ਕਰਕੇ ਬੋਲੇ ਨੇ। ਪਾਠਕ ਸੁਣਤ ਰਹਿਤਾ ਪੁਨੀਤਾ। ਭਾਈ ਮਰਦਾਨਾ ਜੀ ਤੁਸੀਂ ਸ਼ੁਰੂ ਤੋਂ ਸਾਡੇ ਨਾਲ, ਪਹਿਲੀ ਉਦਾਸੀ ਤੋਂ ਨਾਲ ਔਰ ਚੌਥੀ ਉਦਾਸੀ ਦੇ ਵਿੱਚ ਵੀ ਸਾਡੇ ਨਾਲ, ਤੇ ਤੁਸੀਂ ਅਸੀਂ ਜੋ ਪੜ੍ਹਿਆ ਜੋ ਬੋਲਿਆ ਉਹ ਸੁਣਦੇ ਰਹੇ, ਸਾਡਾ ਲਿਖਿਆ ਪੜ੍ਹਦੇ ਰਹੇ ਹੋ। ਹਿਰਦੈ ਵਿਚਾਰ ਏਕ ਨਹਿ ਆਇਓ। ਪਰ ਭਾਈ ਮਰਦਾਨਾ ਤੇਰੀ ਜਿਹੜੀ ਆਦਤ ਮਰਾਸੀਆਂ ਵਾਲੀ ਹਜੇ ਗਈ ਨਹੀਂ, ਤੇਰੇ ਹਿਰਦੇ ਅੰਦਰ ਕੋਈ ਵੀ ਚੰਗੀ ਵਿਚਾਰ ਪੈਦਾ ਨਹੀਂ ਹੋਈ। ਮਹਾਮੋਹ ਮੈਂ ਮਨ ਵਿਰਮਾਇਓ। ਜਿਹੜਾ ਤੇਰਾ ਮਨ ਹੈ ਨਾ, ਇਹ ਮੋਹ ਵਿੱਚ ਵਰਮਾਇਆ ਨਫਰ ਹੋਇਆ। ਤੈਨੂੰ ਆਪਣੇ ਸਰੀਰ ਦਾ, ਆਪਣੇ ਸਵਾਸਾਂ ਦਾ ਬੜਾ ਫਿਕਰ ਰਹਿੰਦਾ ਹੈ। ਲਗਾ ਭੂਤ ਤੁਧ ਤਨ ਅਭਿਮਾਨਾ। ਜਿਹੜੇ ਤੈਨੂੰ ਸਰੀਰ ਦਾ ਹੰਕਾਰ ਹੈ ਨਾ, ਮਾਨੋ ਇਸ ਸਰੀਰ ਨੂੰ ਹੰਕਾਰ ਰੂਪੀ ਭੂਤ ਚਿੰਬੜਿਆ ਹੈ। ਜਾਂਦੇ ਮਨ ਹੈ ਭਰਮ ਮਿਟਾਨਾ। ਇਸ ਪ੍ਰਕਾਰ ਜਿਸ ਦੇ ਕਰਕੇ ਜਿਹੜਾ ਤਨ ਦਾ ਭਰਮ ਤੂੰ ਮਿਟਾ ਚੁੱਕਾ ਹੈ। ਜਿਹ ਕੋ ਭੂਤ ਲਾਗਤ ਹੈ ਆਏ। ਮਹਾਰਾਜ ਕਹਿੰਦੇ ਜਿਨ੍ਹਾਂ ਸਰੀਰਾਂ ਨੂੰ ਵਿਕਾਰਾਂ ਰੂਪੀ ਜਿਹੜੇ ਇਹ ਭੂਤ ਚਿੰਬੜਦੇ ਨੇ, ਸੋ ਸਰੂਪ ਨਿਜ ਦੇਖ ਭੁਲਾਏ। ਉਹ ਲੋਕ ਵਿਕਾਰਾਂ ਦੇ ਵਿੱਚ
ਨਿਮজ্ਜਤ ਹੋ ਜਾਂਦੇ ਨੇ ਤੇ ਆਪਣਾ ਸ਼ੁੱਧ ਸਰੂਪ ਆਤਮਾ ਸਰੂਪ ਭੁਲਾ ਬੈਠਦੇ ਨੇ। ਆਪ ਭੂਤਨਾ ਹੋਵਤ ਸੋਊ। ਮਹਾਰਾਜ ਕਹਿੰਦੇ ਵੈਸੇ ਉਹ ਬੰਦੇ ਆਪ ਭੂਤ ਨਹੀਂ ਹੁੰਦੇ। ਮੰਤਰ ਨ ਸੁਝਾਰੇ ਜੋ ਕੋ। ਤੇ ਜੇਕਰ ਕੋਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਵੇ ਨਿਕ ਸਹਿ ਭੂਤ ਬਹਿਰ ਸੁਧ ਜਾਣਹਿ। ਤੇ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਭੂਤ ਨੇ ਇਹ ਫਿਰ ਇਹਨਾਂ ਸ਼ਰੀਰਾਂ ਮਨਾਂ ਦੇ ਵਿੱਚੋਂ ਦਿਲਾਂ ਵਿੱਚੋਂ ਬਾਹਰ ਨਿਕਲ ਜਾਂਦੇ ਨੇ। ਨਿਤ ਸਰੂਪ ਕੋ ਤਬ ਕੇ ਪਛਾਣਹਿ। ਤੇ ਫੇਰ ਹੀ ਉਹ ਜਦੋਂ ਵਿਕਾਰਾਂ ਤੋਂ ਨਿਰਲੇਪ ਉਜਲ ਹੁੰਦਾ ਹੈ ਤੇ ਆਪਣੇ ਸ਼ੁੱਧ ਆਤਮ ਸਰੂਪ ਨੂੰ ਜਾਣਦਾ ਹੈ। ਜਬ ਤੱਕ ਭੂਤ ਲਗੈ ਦੁਖ ਪਾਵਹਿ। ਤੇ ਜਦੋਂ ਤੱਕ ਇਹ ਵਿਕਾਰਾਂ ਰੂਪੀ ਭੂਤ ਮੋਹ ਰੂਪੀ ਭੂਤ ਚੰਬੜੇ ਰਹਿੰਦੇ ਨੇ ਨਾ ਭਾਈ ਮਰਦਾਨਾ ਜੀ ਉਦੋਂ ਤੱਕ ਬੜਾ ਦੁੱਖ ਪਾਉਂਦੇ ਨੇ। ਨਿਕ ਸਹਿ ਬਹਿਰ ਅਨੰਤ ਸਮਾਵਹਿ। ਤੇ ਜਦੋਂ ਵਿਕਾਰਾਂ ਰੂਪ ਭੂਤ ਬਾਹਰ ਨਿਕਲ ਜਾਂਦੇ ਨੇ ਫਿਰ ਸੁਖ ਪਾਉਂਦੇ ਨੇ। ਫਿਰ ਉਹਨਾਂ ਨੂੰ ਇਹ ਗਿਆਤ ਹੁੰਦੀ ਹੈ ਕਿ ਅਸੀਂ ਆਏ ਕਿੱਥੋਂ ਹਾਂ, ਕੀ ਕਰਨ ਆਏ ਹਾਂ ਔਰ ਕਿੱਥੇ ਜਾਣਾ ਹੈ। ਤਨ ਹੰਤਾ ਤਨ ਲਾਗਿਓ ਭੂਤੰ। ਤੇ ਜਿਨ੍ਹਾਂ ਸ਼ਰੀਰਾਂ ਨੂੰ ਹੰਕਾਰ ਰੂਪੀ ਭੂਤ ਚਿਬੜੇ ਨੇ ਨਿਤ ਸਰੂਪ ਭੂਲਿਓ ਅਤ ਭੂਤੰ। ਇਸ ਪ੍ਰਕਾਰ ਉਹਨਾਂ ਨੇ ਆਪਣਾ ਜਿਹੜਾ ਪਵਿੱਤਰ ਨਿਜ ਸਰੂਪ ਹੈ ਨਾ ਪਰਮੇਸ਼ਰ ਸਰੂਪ ਆਤਮਾ ਹੈ ਉਸ ਨੂੰ ਭੁੱਲ ਚੁੱਕੇ ਨੇ। ਮੰਤਰ ਸਤਿਗੁਰ ਸਬਦ ਸੁਜਾਨਾ। ਤੇ ਜੇਕਰ ਕੋਈ ਵਾਹਿਗੁਰੂ ਜੋ ਸਤਿਗੁਰਾਂ ਦਾ ਸ਼ਬਦ ਦਾ ਮੰਤਰ ਹੈ ਇਸ ਨੂੰ ਪੜ ਲਵੇ ਹਿਰਦੈ ਬਸੈ ਮਿਟਹਿ ਤਮਵਾਨਾ। ਇਸ ਪ੍ਰਕਾਰ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਰੂਪੀ ਸੂਰਜ ਵਸ ਗਿਆ ਅਗਿਆਨ ਰੂਪੀ ਹਨੇਰਾ ਦੌੜ ਜਾਂਦਾ ਹੈ। ਤਨ ਹੰਤਾ ਜਬ ਸਭ ਗਵਾਈ। ਜਦੋਂ ਸਰੀਰ ਦੀ ਹੰਗਤਾ ਸਾਰੀ ਨਾਸ਼ ਹੋ ਜਾਂਦੀ ਹੈ ਨਿਤ ਸਰੂਪ ਕੋ ਗਇਓ ਲਖਾਈ। ਫੇਰ ਹੀ ਆਤਮਾ ਸਰੂਪ ਅੰਦਰ ਬੈਠਾ ਪਰਮੇਸ਼ਰ ਨਜ਼ਰ ਮਹਿਸੂਸ ਹੁੰਦਾ ਹੈ। ਤਬ ਹੀ ਪਾਵਕੇ ਮੁਕਤ ਅਨੰਦਾ। ਤੇ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਵਿਕਾਰਾਂ ਰੂਪੀ ਭੂਤ ਦੂਰ ਕੀਤੇ ਨੇ ਨਾ ਗੁਰੂ ਦੇ ਸ਼ਬਦ ਦੇ ਨਾਲ ਅੰਤਲੇ ਸਮੇਂ ਉਹੀ ਮੁਕਤ ਪ੍ਰਾਪਤ ਕਰਦੇ ਆਨੰਦ ਪ੍ਰਾਪਤ ਕਰਦੇ ਨੇ। ਬੰਧਨ ਡਾਰ ਮਿਟੈ ਜਮ ਠੰਡਾ। ਉਹਨਾਂ ਦੇ ਜਨਮਾਂ ਮਰਨਾਂ ਦੇ ਬੰਧਨ ਕੱਟੇ ਜਾਂਦੇ ਨੇ ਜਮਾਂ ਦੇ ਫਾਹੇ ਟੁੱਟ ਜਾਂਦੇ ਨੇ। ਜੈਸੇ ਸਾਪ ਕੰਤ ਕੀ ਡਾਰੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਇਸ ਦੇਹੀ ਦਾ ਫਿਕਰ ਨਾ ਕਰਿਆ ਕਰੋ। ਇਹ ਦੇਹੀ ਤਾਂ ਏਦਾਂ ਦੀ ਹੈ ਜਿਵੇਂ ਕੋਈ ਸੱਪ ਜਿਵੇਂ ਕੋਈ ਸੱਪ ਆਪਣੇ ਸਰੀਰ ਤੋਂ ਕੁਝ ਲਾਉਂਦਾ ਹੈ। ਤਿਉ ਹਟਕੈ ਇਹ ਬਹੁਤ ਸੰਭਾਰੈ। ਤੇ ਸੱਪ ਜਦੋਂ ਕੁੰਝ ਲਾ ਦਿੰਦਾ ਹੈ ਨਾ ਤੇ ਫਿਰ ਕਦੇ ਉਸ ਵੱਲ ਮੁੜ ਕੇ ਨਹੀਂ ਵੇਖਦਾ। ਤਨ ਕੋ ਮੋਹ ਨਾ ਕਭੀ ਲਮਹੀ। ਇਸ ਲਈ ਸਰੀਰ ਦਾ ਮੋਹ ਕਦੇ ਵੀ ਨਹੀਂ ਕਰਨਾ ਚਾਹੀਦਾ। ਮ੍ਰਿਤਕ ਤੋ ਜੀਵਤ ਬਹੁ ਰਹੀ। ਕਿਉਂਕਿ ਇਹ ਹੁਣ ਜਿਉਂਦਾ ਹੈ ਅਗਲੇ ਪਲ ਇਸ ਦੀ ਮੌਤ ਵੀ ਹੋ ਸਕਦੀ ਹੈ ਸਾਨੂੰ ਕੋਈ ਭੇਦ ਨਹੀਂ। ਨਾ ਸੁਨੰਤ ਨਿਤ ਲਖੇ ਸਰੀਰਾ। ਭਾਈ ਮਰਦਾਨਾ ਜੀ ਜੋ ਸਰੀਰ ਹੈ ਇਹ ਤਾਂ ਮਨੁੱਖ ਜਦੋਂ ਅੰਮ੍ਰਿਤ ਵੇਲੇ ਉੱਠਦਾ ਹੈ ਨਾ ਉਦੋਂ ਹੀ ਇਹ ਗੱਲ ਜਾਣ ਲਵੇ ਕਿ ਅੱਜ ਦਾ ਸੂਰਜ ਢਲਣਾ ਹੈ ਜਾਂ ਨਹੀਂ ਇਹ ਕੁਝ ਪਤਾ ਨਹੀਂ। ਇਹ ਸਰੀਰ ਹਮੇਸ਼ਾ ਨਾਸ਼ ਕਰਦਾ ਹੈ ਪਲ ਦੋ ਪਲ ਦੀ ਖੇਡ ਹੈ। ਸਵਾਸ ਚੱਲਦੇ ਨੇ ਤੇ ਸਰੀਰ ਜਿਉਂਦਾ ਹੈ ਸਵਾਸ ਰੁਕੇ ਤੇ ਸਰੀਰ ਦਾ ਨਾਸ਼ ਹੋਵੇਗਾ। ਨਹੀਂ ਕਦਾ ਤਤ ਮਨ ਨਹੀਂ ਪੀਰਾ। ਇਸ ਪ੍ਰਕਾਰ ਜਿਹੜੇ ਲੋਕ ਇਹ ਜਾਣ ਲੈਂਦੇ ਨੇ ਨਾ ਉਹ ਕਦੇ ਵੀ ਫਿਰ ਇਹ ਦੁੱਖ ਦੀ ਭੀੜ ਨਹੀਂ ਚੱਲਦੇ। ਸੰਮਰਦਾਨੇ ਗਿਰਾ ਬਖਾਨੀ। ਇਸ ਪ੍ਰਕਾਰ ਮਹਾਰਾਜ ਦੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀਆਂ ਨੇ ਬੇਨਤੀ ਕੀਤੀ ਹੈ। ਸਭ ਸੁਖ ਜੋਗ ਆਪ ਗੁਣ ਖਾਨੀ। ਇਹ ਗੁਣਾਂ ਦੇ ਖਾਨ ਗੁਰੂ ਨਾਨਕ ਦੇਵ ਜੀ ਇਹ ਸਾਰਾ ਕੁਝ ਆਪ ਜੀਆਂ ਦੇ ਹੱਥ ਹੈ। ਤੇ ਸੰਸਾਰ ਦਾ ਵਰਤਾਰਾ ਆਪ ਜੀਆਂ ਦੇ ਹੁਕਮ ਵਿੱਚ ਵਰਤਦਾ ਹੈ। ਨਾਮਾ ਪਰ ਕਿਰਪਾ ਹੋਏ ਕੰਮ ਜਪਹੀ। ਮਹਾਰਾਜ ਜਦੋਂ ਆਪ ਜੀਆਂ ਦੀ ਕਿਰਪਾ ਕਿਸੇ ਦੇ ਉੱਪਰ ਹੁੰਦੀ ਹੈ ਨਿਜ ਸਰੂਪ ਲਖ ਸਕ ਹੋ ਤਬਹੀ। ਉਹੀ ਇਹ ਭਿਆਨਕ ਸਮੇਂ ਦੇ ਅੰਦਰ ਕਲਯੁਗ ਦੇ ਸਮੇਂ ਅੰਦਰ ਆਪਣਾ ਨਿਜ ਸਰੂਪ ਜਾਣ ਸਕਦੇ ਨੇ। ਇਸ ਵਿਦ ਕਾਮਤ ਬਸ ਪਰ ਜਿਨਕਾ। ਇਸ ਪ੍ਰਕਾਰ ਭਾਈ ਬਾਲ
ਵਿੱਚ ਗੱਲਾਂ ਕਰਦੇ ਸੀ। ਦੋਏ ਦੈਤ ਆਏ ਜਲ ਤਿਲਕਾ ਇਹ ਦੋ ਦੈਤ ਜੋ ਭਿਆਨਕ ਰੂਪਾਂ ਵਾਲੇ ਸਾਡੇ ਵੱਲ ਚਲ ਆਏ ਨੇ। ਸਾਡੇ ਹਮੇ ਪੁੱਛਤ ਪੇ ਐਸੇ ਸਾਡੇ ਕੋਲ ਖੜ ਕਰਕੇ ਸਾਨੂੰ ਪੁੱਛਣ ਲੱਗੇ ਨੇ। कहते आए क्यों तुम वैसे ਤੇ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਆਏ ਹੋ, ਲੰਕਾ ਵਿੱਚ ਕਿਉਂ ਬੈਠੇ ਹੋ। श्री गुर कहे दूत हमारा ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਅਸੀਂ ਰਾਮ ਸਰੂਪ ਹਾਂ। मिलन भीखन को है काम ਤੇ ਜਿਸ ਰਾਮ ਨੇ ਇਸ ਪ੍ਰਕਾਰ ਰਾਵਣ ਦੇ ਭਰਾ ਭਵੀਖਣ ਨੂੰ ਰਾਜ ਭਾਗ ਬਖਸ਼ਿਆ ਸੀ, ਬਾਕੀਆਂ ਨੂੰ ਮਾਰ ਮਕਾਇਆ ਸੀ, ਤੇ ਅਸੀਂ ਉਸ ਭਵੀਖਣ ਨੂੰ ਮਿਲਣ ਆਏ ਹਾਂ। वह निकस के आवे पासू ਜਾ ਕਰਕੇ ਭਵੀਖਣ ਨੂੰ ਸਾਡਾ ਸੁਨੇਹਾ ਦੇਵੋ ਕਿ ਮਹਿਲਾਂ ਤੋਂ ਬਾਹਰ ਨਿਕਲੇ। मिल के ताप नहीं जाए अबासू ਇਸ ਲਈ ਅਸੀਂ ਉਸ ਨੂੰ ਬਾਹਰ ਹੀ ਮਿਲਾਂਗੇ, ਉਹਦੇ ਘਰ ਨਹੀਂ ਜਾਵਾਂਗੇ। दोहरा अवसर सुनत गमने नगर ਇਸ ਪ੍ਰਕਾਰ ਸੁਣ ਕਰਕੇ ਜੰਗਲਾਂ ਵਿੱਚ ਸਤਿਗੁਰਾਂ ਦੀਆਂ ਬੇਨਤੀਆਂ ਤੇ ਜਿਹੜੇ ਉਹ ਦੈਤ ਨਗਰ ਵੱਲ ਚੱਲੇ ਨੇ। ਨਿਜ ਪਤ ਕੋ ਸੁਦੀਨਾ ਇਸ ਪ੍ਰਕਾਰ ਜਾ ਕਰਕੇ ਰਾਜੇ ਭਵੀਖਣ ਨੂੰ ਇਹ ਸਾਰੀ ਖਬਰ ਦਿੱਤੀ ਹੈ ਨਿਕੇ ਉਪਨ ਕੇ ਵਿਖੇ ਕਿ ਜਿਹੜਾ ਸੁੰਦਰ ਜੰਗਲ ਹੈ ਔਰ ਜੰਗਲ ਦੇ ਵਿੱਚ ਬੈਠੇ ਮਾਨਵਤੀਨਾ ਕਿ ਮਨੁੱਖ ਉੱਥੇ ਬੈਠੇ ਨੇ ਜੀ। ਜੋ ਭਈ ਹਮ ਹੈ ਰਾਮ ਦੂਤ ਇਹੋ ਕਹੀ ਤੇ ਉਹਨਾਂ ਨੇ ਇਸ ਪ੍ਰਕਾਰ ਜਦੋਂ ਅਸੀਂ ਪੁੱਛਿਆ ਤੁਸੀਂ ਕੌਣ ਹੋ, ਉਹਨਾਂ ਨੇ ਕਹਿਣਾ ਕੀਤਾ ਕਿ ਅਸੀਂ ਰਾਮ ਸਰੂਪ ਹਾਂ। ਸੰਗ ਆਪ ਕੇ ਬਿਨੋ ਚਾਹੀ ਤੇ ਇਸ ਪ੍ਰਕਾਰ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਠਿਓ ਭੀਖਨ ਕਰ ਭਗਤਨ ਕੇ ਤੇ ਇਸ ਪ੍ਰਕਾਰ ਨੰਗੇ ਪੈਰੀ ਭੀਖਣ ਤਖਤ ਤੋਂ ਉੱਠਿਆ ਹੈ। ਰਾਖਸ ਚਲੇ ਬਹੁਤ ਤਹ ਸੰਗੇ ਤੇ ਆਪਣੇ ਰਾਖਸ਼ਾਂ ਦੀ ਸੈਨਾ ਲੈ ਕਰਕੇ ਸਤਿਗੁਰਾਂ ਵੱਲ ਆਇਆ ਹੈ। ਵੱਡ ਆਕਾਰ ਗਿਰ ਗੱਪ ਹੈ ਜੈਸੇ ਇਸ ਪ੍ਰਕਾਰ ਉਹਨਾਂ ਦੇ ਦੈਤਾਂ ਦੇ ਜਿਹੜੇ ਸਰੀਰ ਬੜੇ ਵੱਡੇ ਨੇ ਜੀ। ਨਾਸਾ ਕਰਨ ਕੰਦਰਾ ਤੈਸੇ ਜਿਵੇਂ ਪਹਾੜਾਂ ਦੀਆਂ ਗੁਫਾਵਾਂ ਹੁੰਦੀਆਂ ਨੇ, ਏਦਾਂ ਨੱਕ ਔਰ ਕੰਨ ਨਜ਼ਰ ਆਉਂਦੇ ਨੇ। ਦੋਨੋਂ ਰਾਖਸ ਅਗਰਜ ਕਰਕੇ ਤੇ ਦੋ ਵੱਡੇ ਰਾਖਸ਼ ਆਪਣੇ ਮੂਹਰੇ ਤੋਰੇ ਨੇ। ਆਇਓ ਨਿਕਟ ਭਾਵ ਪੁਰ ਧਰ ਬੜੇ ਕੇ ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਜਦੋਂ ਨਜ਼ਦੀਕ ਪਹੁੰਚਿਆ ਹੈ। ਤਰੀ ਉਪਾਇ ਨ ਆਗੇ ਇਸ ਕੀਤੀ ਪ੍ਰਕਾਰ ਸਤਿਗੁਰਾਂ ਦੇ ਅੱਗੇ ਲਿਆਂਦੀ ਜਿਹੜੀ ਭੇਟਾ ਅਰਪਣ ਕੀਤੀ ਹੈ। ਬੰਦਰ ਕੀਏ ਸਰਦਾ ਹਰ ਜੀ ਕੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਬੜੀ ਸ਼ਰਧਾ ਹਿਰਦੇ ਅੰਦਰ ਧਾਰਨ ਕੀਤੀ ਹੈ। ਰਾਮ ਨਾਮ ਕਹਿ ਬੈਠ ਸੁਖੀਪਾ ਜਦ ਭੀਖਣ ਮੁਖ ਤੋਂ ਰਾਮ ਜੀ ਕਹਿੰਦੇ ਹੋਏ ਨਾਮ ਜਪਦੇ ਸਤਿਗੁਰਾਂ ਦੇ ਕੋਲ ਬੈਠੇ ਨੇ। ਕੁਸ਼ਲ ਪੂਜ ਬੇਦੀ ਕੁਲਦੀਪਾ ਗੁਰੂ ਨਾਨਕ ਪਾਤਸ਼ਾਹ ਨੇ ਭੀਖਣ ਦੀ ਸਾਰੀ ਸੁਖ ਸਾਂਦ ਪੁੱਛੀ ਹੈ। ਬੋਲੇ ਬਪਰ ਸੁਨੋ ਲੰਕੇਸ਼ਾ ਤੇ ਗੁਰੂ ਨਾਨਕ ਪਾਤਸ਼ਾਹ ਬੋਲੇ, ਹੈ ਲੰਕਾ ਦੇ ਰਾਜੇ ਭੀਖਣ ਸੁਣਨਾ ਕਰ। ਪਾਇਓ ਗ੍ਰਹਿ ਚਿਰਕਾਲ ਰਗਵੇਸ਼ਾ ਕਿ ਜੋ ਸ਼੍ਰੀ ਰਾਮਚੰਦਰ ਜੀਆਂ ਨੇ ਆਪ ਜੀਆਂ ਨੂੰ ਰਾਜ ਭਾਗ ਬਖਸ਼ਿਆ ਹੈ, ਉਹਨਾਂ ਨਾਲ ਆਪ ਜੀਆਂ ਨੂੰ ਮਿਲੇ ਨੂੰ ਬੜਾ ਸਮਾਂ ਹੋਇਆ ਹੈ। ਮੇਰ ਫੇਰ ਕਿਨੋ ਹੈ ਨਾਹੀ ਜਦੋਂ ਦਾ ਰਾਜ ਭਾਗ ਤੈਨੂੰ ਪ੍ਰਾਪਤ ਹੋਇਆ ਹੈ, ਉਸ ਤੋਂ ਬਾਅਦ ਸ੍ਰੀ ਰਾਮਚੰਦਰ ਜੀਆਂ ਨੂੰ ਤੂੰ ਮਿਲਿਆ ਹੈ ਜਾਂ ਨਹੀਂ। ਮਹਾ ਭਗਤ ਤੂੰ ਦੈਤਨ ਮਾਹੀ ਇਹਨਾਂ ਸਾਰਿਆਂ ਦੈਤਾਂ ਦੇ ਵਿੱਚ ਤੂੰ ਬੜਾ ਭਗਤ ਨਜ਼ਰ ਆਉਂਦਾ ਹੈ। ਲਖੇ ਭੀਖਨ ਸੰਤ ਸੋ ਪੂਰੇ ਇਸ ਪ੍ਰਕਾਰ ਭੀਖਣ ਨੇ ਜਾਣਿਆ ਹੈ ਕਿ ਕੋਈ ਪੂਰਨ ਸੰਤ ਇਹ ਆਏ ਨੇ। ਆਪ ਬੰਦ ਬੋਲਿਓ ਬਚੂਰੇ ਦੋਨੋਂ ਹੱਥ ਜੋੜੇ ਇਸ ਪ੍ਰਕਾਰ ਬੇਨਤੀ ਕੀਤੀ ਹੈ। ਸੁਨੋ ਸੰਤ ਜਪਕਾ ਮੈਂ ਵਿਛੜਾ ਕਹਿਣ ਲੱਗਾ, ਮਹਾਰਾਜ ਜਦੋਂ ਦਾ ਮੈਂ ਸ਼੍ਰੀ ਰਾਮਚੰਦਰ ਜੀਆਂ ਤੋਂ ਵਿਛੜਿਆ ਹਾਂ, ਤਪਕਾ ਰਾਮ ਨਾਮ ਅਵਤਰਾ ਉਦੋਂ ਦਾ ਉਹਨਾਂ ਦਾ ਜਿਹੜਾ ਨਾਮ ਹੈ ਨਾ, ਰਾਮ ਰਾਮ ਰਾਮ, ਮੈਂ ਹਿਰਦੇ ਅੰਦਰ ਧਾਰਨ ਕੀਤਾ
ਵਿਛੜਿਆ ਨਹੀਂ ਜਾਣਿਆ। ਜਪ ਕਹਿ ਨਾਮ ਵਸਤ ਜਿਨ ਕੋ ਜਿਨ੍ਹਾਂ ਦੇ ਹਿਰਦਿਆਂ ਅੰਦਰ ਆਪਣੇ ਪਿਆਰਿਆਂ ਦੇ ਨਾਮ ਵਸਦੇ ਨੇ ਨਾ, ਉਹ ਕਦੇ ਵੀ ਵਿਛੋੜਾ ਨਹੀਂ ਪਾਉਂਦੇ। ਹਿਰਦੈ ਧਰ ਕੇ ਧਿਆਨ ਮੁਕੰਦਾ ਮੈਂ ਹਮੇਸ਼ਾ ਹੀ ਹਿਰਦੇ ਅੰਦਰ ਉਹਨਾਂ ਦਾ ਧਿਆਨ ਧਰਦਾ ਹਾਂ ਨਿੰਦਾ ਪ੍ਰਤੀ ਹੋਗ ਮਗਨ ਆਨੰਦਾ ਤੇ ਉਹਨਾਂ ਦੀ ਭਗਤੀ ਦੇ ਵਿੱਚ ਹਮੇਸ਼ਾ ਹੀ ਮਗਨ ਰਹਿੰਦਾ ਹਾਂ। ਦੋਹਰਾ ਮੇਲ ਸਰੀਰਨ ਕੋ ਬਨਿਓ ਕਹਿਣ ਲੱਗਾ ਮਹਾਰਾਜ, ਜਿਹੜਾ ਦੁਨਿਆਵੀ ਤੌਰ ਤੇ ਮਿਲਣਾ ਹੈ ਨਾ, ਇਹ ਤਾਂ ਦੋਹਾਂ ਸਰੀਰਾਂ ਦਾ ਮੇਲ ਹੁੰਦਾ ਹੈ। ਵਿਚਰਨ ਹੈ ਇਨ ਅੰਤ ਮਹਾਰਾਜ, ਜਿਹੜੇ ਸਰੀਰਾਂ ਦਾ ਅਸੀਂ ਮੇਲ ਮੰਨਦੇ ਹਾਂ, ਅੰਤਲੇ ਸਮੇਂ ਸਾਥੋਂ ਇਹਨਾਂ ਸਰੀਰਾਂ ਨੇ ਵੀ ਵਿਛੜਨਾ ਹੈ। ਮਿਲੇ ਨਾ ਵਿਛੜੇ ਸੇ ਸਦਾ ਮਹਾਰਾਜ, ਉਹ ਕਦੇ ਵੀ ਵਿਛੜਦੇ ਨਹੀਂ, ਹਮੇਸ਼ਾ ਮਿਲੇ ਹੀ ਰਹਿੰਦੇ ਨੇ। ਜਿਨ ਔਰ ਨਾਮ ਸੋ ਪੰਤ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਵਸਦਾ ਹੋਵੇ। ਜੋ ਪਈ ਜਬ ਸ੍ਰੀ ਰਾਮ ਲੰਕ ਚੜ ਆਇਓ ਮਹਾਰਾਜ, ਜਦੋਂ ਸ਼੍ਰੀ ਰਾਮਚੰਦਰ ਜੀਆਂ ਨੇ ਲੰਕਾ ਉੱਪਰ ਚੜ੍ਹਾਈ ਕੀਤੀ ਸੀ, ਦਸ ਮੇਰੇ ਕੋ ਮੈਂ ਤਬ ਸਮਝਾਇਓ ਤੇ ਜੋ ਦਸਾਂ ਸਿਰਾਂ ਵਾਲਾ ਮੇਰਾ ਵੱਡਾ ਭਾਈ ਰਾਵਣ ਸੀ, ਉਸ ਨੂੰ ਮੈਂ ਬਹੁਤ ਸਮਝਾਇਆ ਸੀ ਸੀਤਾ ਦਏ ਮਿਲ ਹੋ ਰਘੁਨਾਥੰ ਕਿ ਜੋ ਇਹ ਸ਼੍ਰੀ ਰਾਮਚੰਦਰ ਜੀਆਂ ਦੀ ਪਤਨੀ ਸੀਤਾ ਹੈ, हे ਰਾਵਣ, ਇਹ ਉਹਨਾਂ ਨੂੰ ਵਾਪਸ ਕਰ, ਉਹਨਾਂ ਨਾਲ ਰਾਜੀਨਾਮਾ ਕਰ ਲੈ। ਰਾਜ ਕਰੋ ਬੈਠੇ ਸੁਖ ਸਾਧੰ ਤੇ ਸੁੱਖ ਦੇ ਨਾਲ ਲੰਕਾ ਵਿੱਚ ਬੈਠ ਕਰਕੇ ਤੂੰ ਆਪਣਾ ਰਾਜ ਭੋਗ। ਕਰਿਓ ਕ੍ਰੋਧ ਤਿਨ ਲਾਭ ਬਰਹਾਰੀ ਜਦੋਂ ਮੈਂ ਸ਼੍ਰੀ ਰਾਮਚੰਦਰ ਜੀਆਂ ਦੀ ਬੇਨਤੀ ਉਹਨਾਂ ਕੋਲ ਕੀਤੀ ਨਾ, ਤੇ ਰਾਵਣ ਨੇ ਮੇਰੇ ਉਸ ਸਮੇਂ ਲੱਤ ਮਾਰੀ ਸੀ। ਮੀਨਾ ਅਨਾਦਰ ਸਭਾ ਮਝਾਰੀ ਸਾਰੀ ਸਭਾ ਦੇ ਵਿੱਚ ਸਾਰੇ ਇਸ ਪ੍ਰਕਾਰ ਪ੍ਰਜਾ ਦੇ ਵਿੱਚ ਮੇਰੇ ਲੱਤ ਮਾਰ ਕੇ ਮੇਰੀ ਬੜੀ ਨਿਰਾਦਰੀ ਕੀਤੀ ਸੀ। ਲਾਭ ਬਰਹਾਰ ਕਸ਼ਟ ਸਹਿਤ ਬਹੀ ਇਸ ਪ੍ਰਕਾਰ ਜਦੋਂ ਲੱਤ ਦਾ ਵਾਰ ਮੇਰੇ ਤੇ ਕੀਤਾ, ਮੈਂ ਬੜਾ ਭਾਰੀ ਦੁੱਖ ਸਹਿਆ ਸੀ। ਜਗਦਸਤੀ ਨਾ ਭਇਓ ਨਾ ਤਬਹੀ ਉਦੋਂ ਹੀ ਮੇਰਾ ਜਿਹੜਾ ਉਹ ਆਪਣੇ ਭਰਾ ਦੇ ਨਾਲ ਟੁੱਟ ਕੇ ਸ਼੍ਰੀ ਰਾਮਚੰਦਰ ਜੀਆਂ ਨਾਲ ਜੁੜਿਆ ਸੀ। ਰਾਮ ਚੰਦ ਕੀ ਤੱਕੀ ਸਰਨਾ ਤੇ ਫਿਰ ਮੈਂ ਆਪਣੇ ਭਰਾ ਦਾ ਆਸਰਾ ਛੱਡ ਕੇ ਸ਼੍ਰੀ ਰਾਮਚੰਦਰ ਜੀਆਂ ਦਾ ਆਸਰਾ ਤੱਕਿਆ ਸੀ। ਦਰਸ਼ਨ ਭਇਓ ਹਿਰਦੈ ਅਸਪੂਰਨਾ ਤੇ ਮੇਰੇ ਮਨ ਦੇ ਅੰਦਰ ਉਸੇ ਸਮੇਂ ਇੱਕ ਫੁਰਨਾ ਆਇਆ ਸੀ ਗੜ ਲੰਕਾ ਕੋ ਮਾਰ ਕਬਹੀ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਆਉਣਗੇ, ਸਾਰੀ ਲੰਕਾ ਜਦੋਂ ਮਾਰ ਮਕਾਉਣਗੇ। ਵਿਜੈ ਹੋਏ ਰਘੁਪਤ ਕੀ ਤਬਹੀ ਇਸ ਪ੍ਰਕਾਰ ਜਦੋਂ ਰਘੂਆਂ ਦੀ ਕੁਲ ਦੇ ਰਾਜੇ ਰਾਮਚੰਦਰ ਜੀ ਇੱਥੇ ਵਿਜੇ ਪਾਉਣਗੇ, ਜਿੱਤ ਹਾਸਲ ਕਰਨਗੇ। ਮੁਝੇ ਰਾਜ ਦੇ ਲੰਕ ਸਮੇਤਾ ਕਿਤੇ ਸ਼੍ਰੀ ਰਾਮਚੰਦਰ ਜੀ ਮੈਨੂੰ ਆਪਣਾ ਭਗਤ ਜਾਣ ਕੇ ਸਾਰਾ ਲੰਕਾ ਦਾ ਰਾਜ ਦੇ ਜਾਵਣਾ। ਤੇ ਵਿਚਾਰ ਕਰ ਚਲਿਓ ਕੇਤਾ ਜਦੋਂ ਮੈਂ ਇੰਨਾ ਵਿਚਾਰ ਕਰਦਾ ਹੋਇਆ ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀਆਂ ਵੱਲ ਗਿਆ ਸੀ। ਕਮਲੇ ਸਨਮੁਖ ਹੋਏ ਅਨਾਥਾ ਤੇ ਜਦੋਂ ਇਸ ਪ੍ਰਕਾਰ ਅਨਾਥ ਮਾਲਕ ਸ਼੍ਰੀ ਰਾਮ ਜੀਆਂ ਦੇ ਮੈਂ ਸਨਮੁਖ ਸਾਹਮਣੇ ਪਹੁੰਚਿਆ ਸੀ। ਜਾਏ ਦਾਸ ਦੇਖਿਓ ਰਘੁਨਾਥਾ ਜਦੋਂ ਰਘੂਆਂ ਦੀ ਕੁਲ ਦੇ ਰਾਜੇ ਦਾ ਮੈਂ ਦਰਸ਼ਨ ਕੀਤਾ ਸੀ। ਰਾਜ ਚਾਹੇ ਤਹਿਸੀਨ ਮਿਟ ਗਈ ਤੇ ਰਾਜ ਦੀ ਇੱਛਾ ਉਹਨਾਂ ਦੇ ਦਰਸ਼ਨ ਕਰਕੇ ਮਾਂ ਸਾਰੀ ਮੇਰੇ ਹਿਰਦੇ ਅੰਦਰੋਂ ਮਿਟ ਗਈ ਸੀ। ਔਰ ਵਿਚਾਰ ਔਰ ਮੈਂ ਸਭ ਭਈ ਬੜੀ ਸ਼ੁਭ ਵਿਚਾਰਾਂ ਸ਼ੁਭ ਗੁਣ ਮੇਰੇ ਅੰਦਰ ਪ੍ਰਗਟ ਹੋਏ ਸੀ। ਰਾਜ ਵਟੋ ਦੁਖ ਸਾਗਰ ਘੇਰਾ ਇਸ ਪ੍ਰਕਾਰ ਮੈਂ ਜਾਣਿਆ ਸੀ ਜਿਹੜਾ ਇਹ ਰਾਜ ਹੈ ਨਾ, ਇਹ ਤਾਂ ਦੁੱਖਾਂ ਦਾ ਸਮੁੰਦਰ ਹੈ। ਜਗ ਧੰਨ ਕੋ ਗੰਤ ਵਡੇਰਾ ਤੇ ਜਗਤ ਦੇ ਧੰਦੇ ਹਨ ਜੋ ਇਹ ਸੰਸਾਰ ਦੇ ਧੰਦੇ ਦੇ ਬੜੇ ਡੂੰਘੇ ਹਨੇਰੇ ਵਾਲੇ ਖੂਹ ਹਨ। ਅਬ ਲੋਕੇ ਸਮੈ ਕਰ ਨਹੀਂ ਕਾਮੋ ਇਸ ਪ੍ਰਕਾਰ ਮੈਂ ਉਹਨਾਂ ਨੂੰ ਵੇਖ ਕਰਕੇ ਮੈਂ ਆਪਣੀਆਂ ਸਾਰੀਆਂ ਕਾਮਨਾਵਾਂ ਜਿਹੜੀਆਂ ਇਸ਼ਾਵਾਂ ਨਾਸ਼ ਕੀਤੀਆਂ ਸੀ। ਬੰਦਨ ਕੀਨ ਚਰਨ ਸ੍ਰੀ ਰਾਮ ਤੇ ਸ਼੍ਰੀ ਰਾਮਚੰਦਰ ਜੀਆਂ ਦੇ ਚਰਨਾਂ ਉੱਪਰ ਜਾ ਕੇ ਨਮਸਕਾਰ ਕੀਤੀ ਸੀ। ਕਰਨਾ ਲੈਤਾ ਸ੍ਰੀ ਅੰਤਰ ਜਾਮੀ
ਤੇ ਪਰ ਉਹ ਕਿਰਪਾ ਦੇ ਘਰ ਮੇਰੇ ਮਨਾਂ ਦੀਆਂ ਸਾਰੀਆਂ ਜਾਣਦੇ ਸੀ। ਪੂਰਬ ਪੁਰਨਾ ਲਗਦਾ ਸੁਆਮੀ ਜਿਹੜਾ ਫੁਰਨਾ ਮੇਰੇ ਮਨ ਵਿੱਚ ਆਇਆ ਸੀ ਨਾ, ਜਦੋਂ ਮੇਰੇ ਭਰਾ ਰਾਵਣ ਨੇ ਮੇਰੇ ਲੱਤ ਮਾਰੀ ਸੀ, ਉਹ ਫੁਰਨਾ ਉਹਨਾਂ ਨੂੰ ਪਤਾ ਸੀ। ਦੋਸਰਾ ਬੋਲੇ ਸ੍ਰੀ ਮੁਖ ਤੇ ਬਚਨ ਤੇ ਸ਼੍ਰੀ ਰਾਮਚੰਦਰ ਜੀ ਇਸ ਪ੍ਰਕਾਰ ਮੈਨੂੰ ਬੋਲੇ ਸੀ, ਆਓ ਬੈਠ ਲੰਕੇਸ਼ ਤੇ ਆਓ ਲੰਕਾ ਦੇ ਆਉਣ ਵਾਲੇ ਰਾਜੇ ਮੇਰੇ ਕੋਲ ਬੈਠੋ। ਬਿਨੇ ਕਨਿਕਰ ਬੰਦ ਤੇ ਮੈਂ ਮੈਂ ਉਸੇ ਸਮੇਂ ਬੇਨਤੀ ਕੀਤੀ ਹੱਥ ਜੋੜ ਕੇ, ਜਾਗਨ ਰਾਜ ਸੁਦੇਸ਼ ਤੇ ਮਹਾਰਾਜ ਮੈਨੂੰ ਹੁਣ ਰਾਜ ਮੇਰਾ ਦੇਸ਼ ਨਹੀਂ ਚਾਹੀਦਾ। ਚੌਪਈ ਸੁਣ ਸ੍ਰੀ ਰਘੁਪਤ ਬਹੁਰ ਉਚਾਰਾ ਤੇ ਫਿਰ ਰਘੂਆਂ ਦੇ ਕੁਲ ਦੇ ਰਾਜੇ ਰਾਮਚੰਦਰ ਜੀ ਬੋਲੇ ਸੀ ਨਿਸ਼ਕਾ ਤੇ ਤੁਮ ਜਬੈ ਪਧਾਰਾ ਕਿ ਜਦੋਂ ਭਾਈ ਭਵੀਖਣ ਤੂੰ ਆਪਣੇ ਘਰ ਤੋਂ ਮਹਿਲਾਂ ਤੋਂ ਚੱਲਿਆ ਸੀ, ਤਬੈ ਕਾਮਨਾ ਰਜੈ ਉਠਾਈ ਉਦੋਂ ਤੂੰ ਆਪਣੇ ਮਨ ਅੰਦਰ ਇਹ ਫੁਰਨਾ ਬਣਾਇਆ ਸੀ ਕਿ ਕਿਤੇ ਮੈਂ ਰਾਜਾ ਹੋਵਾਂ, ਲੰਕਾ ਦੇ ਰਾਮ ਮੁਤਾਈ ਕਿ ਕਿਤੇ ਰਾਮਚੰਦਰ ਇਹ ਲੰਕਾ ਨੂੰ ਜਿੱਤ ਕਰਕੇ ਮੈਨੂੰ ਦੇ ਜਾਵਣ। ਬਿਰਤ ਹਮਾਰਾ ਜਨਮ ਐਸਾ ਤੇ ਸਾਡਾ ਤਾਂ ਭਵੀਖਣ ਇਹ ਸੁਭਾਅ ਹੈ, ਦੋਸੋ ਕਹੋ ਭੀਖਣ ਤੈਸਾ ਜਿਵੇਂ ਤੈਨੂੰ ਅਸੀਂ ਕਿਹਾ ਹੈ ਨਾ, ਤੂੰ ਆਉਣ ਵਾਲੇ ਲੰਕਾ ਦਾ ਰਾਜਾ ਹੋਵੇਗਾ। ਧਾਰ ਕਾਮਨਾ ਜੁਗ ਗਿਆ ਸੀ ਤੇ ਜਦੋਂ ਵੀ ਕੋਈ ਪਰਮੇਸ਼ਰ ਦਾ ਪਿਆਰਾ ਆਪਣੇ ਅੰਦਰ ਕੋਈ ਵੀ ਕਾਮਨਾ ਜਾਂ ਇੱਛਾ ਪੈਦਾ ਕਰਦਾ ਹੈ, ਕਾਜ ਆਪ ਹੈ ਮੁਝ ਪਾਸੀ ਇਸ ਪ੍ਰਕਾਰ ਆਪਣੇ ਘਰ ਤੋਂ ਚੱਲਦਾ ਹੈ, ਬੜੀਆਂ ਇੱਛਾਵਾਂ ਧਾਰਨ ਕਰਕੇ ਔਰ ਗੁਰੂ ਕੋਲ ਆਉਂਦਾ ਹੈ। ਕਰੋ ਕਾਮਨਾ ਪੂਰਬ ਪੂਰੀ ਤੇ ਅਕਾਲ ਪੁਰਖ ਵਾਹਿਗੁਰੂ ਉਹਦੀਆਂ ਇੱਛਾਵਾਂ ਜ਼ਰੂਰ ਪੂਰੀਆਂ ਕਰਦੇ ਨੇ। ਪੌਣਾ ਤੇ ਪਦਵੀ ਕੈਵਲ ਰੂਰੀ ਤੇ ਇੱਛਾਵਾਂ ਧਨ ਪਦਾਰਥ ਵੀ ਬਖਸ਼ਦੇ ਨੇ ਤੇ ਅੰਤਲੇ ਸਮੇਂ ਉਸ ਨੂੰ ਮੁਕਤੀ ਵੀ ਦਿੰਦੇ ਨੇ। ਐਸੇ ਸ੍ਰੀ ਰਾਮ ਉਦਾਰਾ ਤੇ ਕਹਿਣ ਲੱਗਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਐਸੇ ਮੇਰੇ ਪਿਆਰੇ ਸ਼੍ਰੀ ਰਾਮਚੰਦਰ ਨੇ ਆਸਤ ਪਹਿਰ ਜਨ ਨਾਮ ਆਧਾਰਾ ਜਿਨ੍ਹਾਂ ਦਾ ਮੈਂ ਅੱਠੇ ਪੈਰ ਹੀ ਨਾਮ ਜਪਦਾ ਹਾਂ। ਸੁਣ ਸ੍ਰੀ ਨਾਨਕ ਕਹਿ ਬਿਰਦਬਾਨੀ ਤੇ ਮਹਾਰਾਜ ਜੀ ਸੁਣ ਕਰਕੇ ਫਿਰ ਬੋਲੇ ਨੇ ਧਨ ਭੀਖਣ ਸੁਖ ਗੁਣ ਖਾਨੀ ਕਿ ਭਵੀਖਣ ਜੀ ਤੁਸੀਂ ਬੜੇ ਧਨ ਹੋ, ਸ਼ੁਭ ਗੁਣਾਂ ਦੇ ਮਾਲਕ ਹੋ, ਚਿਰੰਜੀਵ ਪਦਵੀ ਤੈ ਪਾਈ ਬੜੇ ਲੰਬੇ ਸਮੇਂ ਤੋਂ ਇਹ ਰਾਜ ਭਾਗ ਦੀ ਪਦਵੀ ਆਪ ਜੀਆਂ ਨੇ ਪ੍ਰਾਪਤ ਕੀਤੀ ਹੈ। ਕੀ ਨਾਮ ਵਿਖੇ ਲਵਲਾਈ ਤੇ ਪਰਮੇਸ਼ਰ ਦੇ ਨਾਮ ਵਿੱਚ ਹਮੇਸ਼ਾ ਮਿਲਾ ਕੇ ਰੱਖਦੇ ਹੋ। ਕਰਤ ਰਹਿਤ ਰਾਖਸ ਹੈ ਤੇ ਤੇਰੇ ਜਿੰਨੇ ਵੀ ਇੱਥੇ ਵਸਣ ਵਾਲੇ ਰਾਖਸ਼ ਸਾਰੇ ਤੇਰਾ ਡਰ ਮੰਨਦੇ ਨੇ। ਆਏ ਸਮਾਨ ਭੈ ਸੁਚੇਰੇ ਇਹ ਸਾਰੇ ਤੇਰੇ ਹੁਕਮ ਦੇ ਅਧੀਨ ਹੋਏ ਤੇਰੇ ਚੇਲੇ ਬਣੇ ਨੇ। ਕਾਮ ਨ ਕਰੇ ਦਿਖਾਉ ਨ ਕੋ ਇਸ ਲਈ ਕੋਈ ਵੀ ਕਿਸੇ ਨੂੰ ਇਹ ਰਾਖਸ਼ ਦੁੱਖ ਨਹੀਂ ਦਿੰਦੇ, ਭਾਉ ਭਗਤ ਸਰਦਾ ਹੋਈ ਕਿਉਂਕਿ ਤੇਰੀ ਬੜੀ ਸ਼ਰਧਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਹੈ। ਸੁਣਤ ਭੀਖਣ ਬੈਨ ਉਚਾਰੇ ਇਸ ਪ੍ਰਕਾਰ ਭੀਖਣ ਨੇ ਸੁਣ ਕਰਕੇ ਬੋਲਿਆ ਹੈ। ਬੇਮੁਖ ਦੈਤ ਰਾਮ ਸਭ ਮਾਰੇ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਆਏ, ਜਿੰਨੇ ਬੇਮੁਖ ਦੈਂਤ ਸਨ, ਰਾਵਣ ਦੇ ਸਮੇਤ ਸਾਰੇ ਉਹਨਾਂ ਨੇ ਮਾਰ ਦਿੱਤੇ ਸੀ। ਲੈ ਕੇ ਰਾਜ ਉਜੁੜਿਆ ਤੇ ਗਏ ਇਸ ਪ੍ਰਕਾਰ ਮੈਨੂੰ ਰਾਜ ਭਾਗ ਬਖਸ਼ਿਸ਼ ਕਰਕੇ ਆਪ ਅਯੁੱਧਿਆ ਚਲੇ ਗਏ ਸੀ। ਲੰਮ ਸਮੇਤ ਬਾਂਦਰ ਚਲ ਇਸ ਲਏ ਪ੍ਰਕਾਰ ਮੈਨੂੰ ਵੀ ਆਪਣੇ ਨਾਲ ਔਰ ਸਾਰੇ ਬਾਂਦਰਾਂ ਨੂੰ ਨਾਲ ਲੈ ਕੇ ਗਏ ਸੀ। ਦੁਮਰਾ ਕਹਾਂ ਜਾਏ ਉਹ ਤਬ ਇਸ ਹੈ ਪ੍ਰਕਾਰ ਫਿਰ ਅਯੁੱਧਿਆ ਵਿੱਚ ਮੈਨੂੰ ਲਿਜਾ ਕੇ ਕਿਹਾ ਸੀ। ਇਹ ਉਪਦੇਸ਼ ਬਤਾਏ ਮੈਨੂੰ ਇੱਕ ਉਪਦੇਸ਼ ਉਹਨਾਂ ਨੇ ਦਿੱਤਾ ਸੀ। ਨਮਤ ਮਾਤਰ ਅਵਤਾਰ ਧਾਰ ਇਸ ਪ੍ਰਕਾਰ ਦੇ ਸਮੇਂ ਤੇ ਜਿਹੜੇ ਭਗਤ ਲੋਕ ਅਵਤਾਰ ਧਾਰਦੇ ਨੇ, ਐਸਤ ਧਰਤੀ ਆਏ ਇਸ ਪ੍ਰਕਾਰ ਇਸ ਧਰਤੀ ਤੇ ਹੁਣ ਵੀ ਆਏ, ਅੱਗੇ ਵੀ ਆਉਂਦੇ ਰਹਿਣਗੇ। ਜੋ ਪਈ ਕਾਲ ਕਰ ਬੈਠ ਸੋ ਇਸ ਜਾਵਗੇ ਪ੍ਰਕਾਰ
ਜਿਹੜੇ ਰਾਮ ਜੀ ਸਨ ਨਾ ਮੈਨੂੰ ਰਾਜ ਭਾਗ ਬਖਸ਼ਿਸ਼ ਕਰਕੇ ਆਪ ਵੈਕੁੰਠ ਗਏ ਸੀ। ਤਿਨ ਕੇ ਗੁਣ ਪੜ ਸੁਨ ਸੁਖ ਪਾਵਨੇ। ਇਸ ਪ੍ਰਕਾਰ ਮੈਂ ਅੱਜ ਵੀ ਉਹਨਾਂ ਦੇ ਗੁਣਾਂ ਨੂੰ ਯਾਦ ਕਰਕੇ ਬੜੇ ਸੁਖ ਪਾਉਂਦਾ ਹਾਂ। ਅਵਤਾਰ ਸੰਤ ਮੇਰੇ। ਤੇ ਇਸ ਪ੍ਰਕਾਰ ਰਾਮਚੰਦਰ ਜੀ ਕਹਿੰਦੇ ਸਨ ਇੱਥੇ ਸੰਤ ਅਵਤਾਰ ਬੜੇ ਆਉਣਗੇ। ਤਨ ਮਿਲਾਪ ਆਗ ਜਾਹਿ ਕਨੇਰੇ। ਤੇ ਜਿਨ੍ਹਾਂ ਦਾ ਮਿਲਾਪ ਕਰਨ ਦੇ ਨਾਲ ਇਹ ਸੰਸਾਰ ਦੇ ਲੋਕਾਂ ਦੇ ਕੀਤੇ ਹੋਏ ਪਾਪ ਨਾਸ਼ ਹੋ ਜਾਵਣਗੇ। ਐਸੇ ਪਰਮੇਸ਼ਰ ਦੇ ਭਗਤ ਸਮੇਂ ਸਮੇਂ ਤੇ ਆਉਂਦੇ ਰਹਿਣਗੇ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸਮੇਂ ਸਮੇਂ ਤੇ ਇਹ ਸੰਸਾਰ ਦੇ ਲੋਕਾਂ ਦੀ ਉਹ ਪੈਜ ਰੱਖਦੇ ਰਹਿਣਗੇ, ਲਾਜ ਰੱਖਦੇ ਰਹਿਣਗੇ। ਇਸ ਪ੍ਰਕਾਰ ਭਵਿੱਖਣ ਗੁਰੂ ਨਾਨਕ ਦੇਵ ਜੀਆਂ ਨੂੰ ਇਹ ਸਾਰੇ ਬਚਨ ਕਲਾਸ ਸੁਣਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਉਸ ਦੇ ਬਚਨ ਸੁਣ ਰਹੇ ਨੇ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕੱਲ੍ਹ ਦੀਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਅੱਗੇ ਕਿਸ ਪ੍ਰਕਾਰ ਮਹਾਰਾਜ ਲਾਂਕਾ ਦੇ ਵਿੱਚ ਵਿਚਰਦੇ ਕੀ ਉਪਦੇਸ਼ ਭਵਿੱਖਣ ਨੂੰ ਦਿੰਦੇ ਨੇ। ਇੱਥੇ ਹੀ ਅੱਜ ਵਿਸ਼ਰਾਮ ਲੈ ਕੇ ਸਮਾਪਤੀ ਕਰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਦ ਸੱਚ ਆਓ। ਆਨੰਦ ਸਾਹਿਬ ਦੀ ਗੁਰਬਾਣੀ ਨਾਲ ਮਿਲੀਏ। ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਭਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਂ। ਸਤਿਗੁਰੂ ਦਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆਤੂ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਤੂੰ ਕਰੇ ਤੇਰਾ ਕਾਰਜ ਸਭ ਸਵਾਰਨਾ। ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਗੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਡਾ ਨਾਮ ਮੇਰਾ ਆਧਾਰੋ। ਸਤਿਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਮਨ ਆਇ ਵਸਿਆ ਜਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰੂ ਗੁਰੂ ਕਾ ਕਾ ਜਸਨੀਆਂ ਇਹ ਵਡਿਆਈਆਂ। ਆਹ ਨਾਨਕ ਸੁਣੋ ਹੋ ਸੰਤ ਹੋ ਸਬਦ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਅੰਤ ਦੁੱਧ ਤੁਧ ਵਸ ਕੀਤੇ ਕਾਲ ਅੰਤ ਕਮਾਰਿਆ। ਕਰਮ ਪਾਇਆ ਤੁਧ ਦਿਨ ਪਾਸੇ ਨਾਮ ਹਰ ਕੈ ਲਾਗੇ। ਆਹ ਨਾਨਕ ਕਾ ਸਤ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨਾਹੋ ਬੜ ਭਾਗੀ ਹੋ। ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸਪੂਰੇ। ਲੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ। ਬਿਨ ਮਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਕਾਇਆ। ਮਿਲੈ ਸਗਲ ਜਗਤ ਆਇਆ ਬਰਿਆਇਆ ਵਾਜੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਪ੍ਰੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਸੁਖੀ ਨਾਲ ਜਿਨੀ ਨਾਮ ਧਿਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਸੁਖੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।